मैं जी पंजाब खेतीबाड़ी यूनिवर्सिटी तो मास्टर ऑफ बिजनेस एडमिनिस्ट्रेशन यानी MBA की डिग्री ਲਈ है जी। अक्तूबर 2020 ਦੇ ਵਿੱਚ ਮੈਂ ਜੌਬ ਛੱਡੀ ਹੈ ਜੀ ਤੇ 1 ਨਵੰਬਰ ਨੂੰ ਮੈਂ ਆਪਣੀ ਪਹਿਲੀ ਸੇਲ ਕਰਤੀ ਹੈ ਜੀ ਆਪਣੇ ਪ੍ਰੋਡਕਟ ਦੀ। ਇਹ ਜਿਹੜਾ ਗੰਡੋਆ ਖਾਦ ਵਾਲਾ ਪ੍ਰੋਜੈਕਟ ਆ ਫਿਰ ਮੈਂ ਇਹਨੂੰ ਚੁਣਿਆ ਪੂਰਾ ਇਹਦੇ ਵਿੱਚ ਹੀ ਆਪਣਾ ਤਨ ਮਨ ਧਨ ਤੇ ਸਾਰਾ ਇਹਦੇ ਨਾਲ ਡੈਡੀਕੇਟਡ ਹੋ ਗਿਆ ਜੀ। ਨਹੀਂ ਲੋਕੀ ਤਾਂ ਜੀ ਸ਼ੁਰੂ ਚ ਕਹਿੰਦੇ ਸੀ ਇਹ ਕੀ ਗੋਹੇ ਦਾ ਕੰਮ ਜਾਂ ਤੂੰ ਗੋਹੇ 'ਚ ਬਾਂਝ ਪਾ ਕੇ ਤੇ ਆਪਣਾ ਤੂੰ ਦੇਖੀ ਜਾਂਦਾ ਇਹਦੇ 'ਚ ਕੀੜੇ ਮਕੌੜੇ 'ਚ ਕੀ ਇਹ ਦੇਖਦਾ ਪਿਆ। ਫਿਰ ਆਨਲਾਈਨ ਆਪਣਾ ਪੋਰਟਲ ਬਣਾਇਆ ਜੀ। ਆਨਲਾਈਨ ਜਿਹੜੀਆਂ ਮਾਰਕੀਟ ਪਲੇਸਿਸ ਨੇ Amazon Flipkart ਹੈ ਉਹ ਜਿਹੜੀਆਂ ਵੀ ਮਾਰਕੀਟ ਪਲੇਸਿਸ ਨੇ ਉਹਦੇ ਤੇ ਸੇਲ ਕਰਨਾ ਸ਼ੁਰੂ ਕੀਤਾ ਜੀ। मतलब जेकर इदां कीता जावे साइकिल बनाया जावे भी जिवें पशु रखे होए किसी ने ਉਹਦਾ ਵਰਮੀ ਕੰਪੋਸਟ ਬਣਾ ਲੇ ਇਹ ਹਰੇ ਚ ਪਾਵੇ ਤੇ ਹਰਾ ਉਹਨਾਂ ਨੂੰ ਖਵਾ ਦੇ। ਬਿਲਕੁਲ ਜੀ ਬਿਲਕੁਲ ਤੁਹਾਡਾ ਦੁੱਧ ਜਿਹੜਾ ਹੈਗਾ ਉਹ ਬਿਲਕੁਲ ਪੈਸਟੀਸਾਈਡ ਫ੍ਰੀ ਹੋ ਜਾਏਗਾ। ਅੱਜ ਕੱਲ ਇਹਦੇ ਚ ਡੁਪਲੀਕੇਸੀ ਬਹੁਤ ਆ ਗਈ ਜੀ ਵਰਮੀ ਕੰਪੋਸਟ। ਲੋਕੀ ਜਿਹੜਾ ਗੋਹਾ ਉਹਨੂੰ ਸੁਕਾ ਕੇ ਵਰਮੀ ਕੰਪੋਸਟ ਕਹਿ ਕੇ ਵੇਚ ਰਹੇ ਨੇ। ਆ ਮੈਂ ਦੇਖਿਆ ਸੀ ਮਿੱਟੀ ਹੈ ਤੁਸੀਂ ਮਿੱਟੀ ਵੀ ਤਿਆਰ ਕਰਦੇ ਹੋ। ਇਹ ਮਿੱਟੀ ਦਾ ਕੀ ਕਿਉਂਕਿ ਜਦੋਂ ਅਸੀਂ ਬੰਗਲੌਰ ਦੀ ਗੱਲ ਕਰੀਏ ਹੈਦਰਾਬਾਦ ਦੀ ਗੱਲ ਕਰੀਏ ਬੰਬੇ ਦਿੱਲੀ ਦੀ ਗੱਲ ਕਰੀਏ ਉੱਥੇ ਵਧੀਆ ਨਰਸਰੀਜ਼ ਨੇ ਜੀ ਪਰ ਉੱਥੇ ਗਮਲਿਆਂ ਵਾਲੀ ਮਿੱਟੀ ਨਹੀਂ ਮਿਲਦੀ ਜੀ ਕਿਉਂਕਿ ਆਸ-ਪਾਸ ਕੋਈ ਖੇਤ ਹੀ ਹੈ ਨਹੀਂ ਜੀ। ਆਪਾਂ ਦੇਖੋ ਨਾ ਜਿਹੜੀ ਕੈਮੀਕਲ ਖਾਦ ਹੈ ਉਹ 1 ਜਾਂ 2 ਤੱਤ ਦਿੰਦੀ ਆ। ਮੈਂ ਵੀ ਉਹੀ ਕਹਿਣਾ ਨਾ 1 ਜਾਂ 2 ਤੱਤ ਦਿੰਦੀ ਹੈ। ਇਹ 'ਚ ਸਾਰਾ ਕੁਝ ਹੈ ਪਰ ਕਿਸਾਨ ਨੂੰ ਸਮਝ ਉਦੋਂ ਆਣੀ ਹੈ ਜਦੋਂ ਉਹਨੇ ਆਪ ਆਪਣੇ ਲਈ ਵਰਤਣੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆ ਮੋਹਾਲੀ ਸ਼ਹਿਰ ਦੇ ਵਿੱਚ ਤੇ ਬਹੁਤ ਕਮਾਲ ਦਾ ਕੰਮ ਕੀਤਾ ਬਾਈ ਨੇ। ਇੱਥੇ ਗੱਲਬਾਤ ਕਰਾਂਗੇ ਰਜਨੀਸ਼ ਨਾਲ। ਬਾਈ ਪਹਿਲਾਂ ਹੀ ਕਹਿੰਦਾ ਨੇ ਮੇਰਾ ਨਾਮ ਬੋਲਣ ਵੇਲੇ ਨਾ ਥੋੜਾ ਜਿਹਾ ਚੱਕਰ ਪੈਂਦਾ ਹੈ ਤਾਂ ਬਾਈ ਦਾ ਨਾਮ ਹੈਗਾ ਰਜਨੀਸ਼। ਬਾਈ ਨੇ ਬਹੁਤ ਸੋਹਣਾ ਕੰਮ ਕੀਤਾ, ਪਹਿਲਾਂ ਨੌਕਰੀਆਂ ਵੀ ਕੀਤੀਆਂ ਪਰ ਅੱਜ ਅਸੀਂ ਜਿੱਥੇ ਖੜੇ ਆ ਇਹ ਇਹਨਾਂ ਦਾ ਬਹੁਤ ਕਮਾਲ ਦਾ ਵਰਮੀ ਕੰਪੋਸਟ ਦਾ ਕੰਮ ਹੈ। ਗੰਡੋਇਆਂ ਦੀ ਖਾਦ ਤਿਆਰ ਕਰਦੇ ਆ। ਬਾਈ ਨਾਲ ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। क्या बात है भाई। पहली गल तो यह है भी आसे पासे एडियां बड़ियां बिल्डिंगां ते तुसीं विच इहो जिहा कारोबार कर रहे हो वैसे देखण नूं अजीब जिहा लगदा। ਅਸੀਂ ਜਦੋਂ ਆ ਰਹੇ ਸੀ ਨਾ ਤੇ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕਿੱਥੇ ਹੋਊਗਾ। ਨਹੀਂ ਭਾਜੀ ਬਸ ਇਦਾਂ ਹੀ ਹੈ ਜੰਗਲ 'ਚ ਮੰਗਲ ਲਾ ਰੱਖਿਆ ਹੈ। ਹਾਂ ਨਹੀਂ ਜੰਗਲ ਇਹ ਦੇਖੋ ਇਹ ਕੰਕਰੀਟ ਦੇ ਜੰਗਲ ਨੇ ਉਹ 'ਚ ਮੰਗਲ ਲੱਗਿਆ ਜੀ। ਨਹੀਂ ਬਹੁਤ ਵਧੀਆ ਜੀ ਬਾਈ। ਥੋੜੀ ਜੀ ਗੱਲ ਸ਼ੁਰੂ ਤੋਂ ਕਰਦੇ ਆਪਾਂ ਸ਼ੁਰੂ। ਜੀ ਜਿਵੇਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਮੈਨੂੰ ਪਤਾ ਲੱਗਿਆ ਵੀ ਤੁਹਾਡੀ ਜਿਹੜੀ ਹੈਗੀ ਆ PAU ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹਾਈ ਹੈ। ਜੀ ਕਾਹਦੀ ਪੜ੍ਹਾਈ ਹੈ ਤੇ ਤੁਸੀਂ ਫਿਰ ਕੀ ਕੀਤਾ ਤੇ ਇੱਧਰ ਕਿਵੇਂ ਆਏ ਥੋੜਾ ਜਿਹਾ ਦੱਸੋਗੇ? ਮੈਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ MBA ਦੀ ਡਿਗਰੀ ਲਈ ਹੈ ਜੀ। 2002 ਦੇ ਵਿੱਚ ਮੇਰਾ ਦਾਖਲਾ ਸੀ ਤੇ 2004 'ਚ ਮੈਂ ਡਿਗਰੀ ਪਾਸ ਆਊਟ ਕੀਤੀ। ਜਿੱਦਾਂ ਹੀ ਡਿਗਰੀ ਪਾਸ ਆਊਟ ਕੀਤੀ ਤੇ ਜਿਵੇਂ ਆਪਣੀ ਪਲੇਸਮੈਂਟ ਹੋ ਜਾਂਦੀ ਹੈ ਜੀ ਯੂਨੀਵਰਸਿਟੀ 'ਚ ਮੇਰੀ ਸਿਟੀ ਗਰੁੱਪ 'ਚ ਪਲੇਸਮੈਂਟ ਹੋਈ। ਸਿਟੀ ਬੈਂਕ 'ਚ? ਹਾਂਜੀ ਤੇ ਮੈਂ 5 ਸਾਲ ਉੱਥੇ ਕੰਮ ਕੀਤਾ ਜੀ। ਠੀਕ ਹੈ। ਉਸ ਤੋਂ ਬਾਅਦ 2 ਸਾਲ ਮੈਂ HDFC ਬੈਂਕ 'ਚ ਤੇ ਉਸ ਤੋਂ ਬਾਅਦ 10-11 ਸਾਲ ਮੈਂ ਐਕਸਿਸ ਬੈਂਕ ਦੇ ਵਿੱਚ ਬਤੌਰ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਮੈਂ ਜਦੋਂ ਸੀਗਾ ਮੈਂ ਜੌਬ ਛੱਡੀ ਉਦੋਂ ਮੇਰਾ ਰੈਂਕ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਦਾ ਸੀਗਾ ਤੇ ਮੈਂ ਅਰਾਊਂਡ 17-18 ਸਾਲ ਜੌਬ ਕੀਤੀ ਹੈ ਜੀ। ਯਾਰ ਬਾਈ ਫਿਰ ਉਹ ਨੌਕਰੀ ਜਿਹੜੀ ਹੈਗੀ ਸੀ ਉਹਦੇ 'ਚ ਤਾਂ ਮਤਲਬ ਇਹ ਤਾਂ ਜ਼ਰੂਰ ਹੈਗਾ ਜਿਹੜੀਆਂ ਉਹ ਨੌਕਰੀਆਂ ਉਹਦੇ 'ਚ ਸਿਰਦਰਦੀ ਬਹੁਤ ਆ, ਪ੍ਰੈਸ਼ਰ ਬਹੁਤ ਆ ਪਰ ਜਿਸ ਪੋਜੀਸ਼ਨ ਤੇ ਤੁਸੀਂ ਪਹੁੰਚ ਗਏ ਤਨਖਾਹਾਂ ਵੀ ਚੰਗੀਆਂ ਹੋ ਜਾਂਦੀਆਂ। ਨਹੀਂ ਬਹੁਤ ਵਧੀਆ ਤਨਖਾਹਾਂ ਸੀਗੀਆਂ ਜੀ ਨੋ ਡਾਊਟ ਬਹੁਤ ਵਧੀਆ ਤਨਖਾਹਾਂ ਸੀਗੀਆਂ ਬਟ ਇੱਕ ਹੁੰਦਾ ਕਿ ਆਪਣੀ ਜਿਹੜੀ ਸੈਟੀਸਫੈਕਸ਼ਨ ਆ ਉਹ ਫਿਰ ਉਹ ਥੋੜੀ ਜੀ ਆਪਾਂ ਨੂੰ ਖੁੰਝਣੀ ਪੈਂਦੀ ਹੈ ਕਿਉਂਕਿ ਜੇਕਰ ਤੁਹਾਨੂੰ ਪਤਾ ਹੈ ਵੀ ਤੁਹਾਡੇ ਹਰ ਮਹੀਨੇ ਦੇ ਵਿੱਚ ਐਂਡ ਅਖੀਰ ਦੇ ਵਿੱਚ ਤਨਖਾਹ ਆਣੀ ਆ ਪਰ ਫਿਰ ਤੁਹਾਨੂੰ ਫਿਰ ਕੁਛ ਨਾ ਕੁਛ ਤਾਂ ਸੈਕਰੀਫਾਈਸ ਕਰਨਾ ਹੀ ਪੈਂਦਾ ਜੀ। ਸਹੀ ਗੱਲ ਹੈ। ਤੇ ਬਾਈ ਫਿਰ ਇਹ ਤੁਹਾਡਾ ਕਿਵੇਂ ਇੱਧਰ ਮਨ ਬਣਿਆ ਕਿਉਂਕਿ ਤੁਸੀਂ ਇੱਕ ਉਹ ਬੰਦਾ ਨਹੀਂ ਹੁੰਦਾ ਜਿਹੜਾ ਤਨਖਾਹੀਆ ਬੰਦਾ ਹੁੰਦਾ 17-18 ਸਾਲ ਵਾਲਾ ਸਹੀ ਗੱਲ ਹੈ ਕਰ ਲੈਂਦਾ ਕੰਮ ਤੇ ਉਸ ਤੋਂ ਬਾਅਦ ਕੰਪਿਊਟਰ ਤੇ ਕੰਮ ਕਰਦਾ ਤੇ ਆ ਜਿਵੇਂ ਮੁੜਕੇ ਵਾਲਾ ਕੰਮ ਹੈ ਹੈਨਾ ਤੇ ਜਾਂ ਗੋਹੇ ਵਾਲਾ ਕੰਮ ਹੈ ਇਹਦੇ ਨਾਲੋਂ ਤਾਂ ਉਹਨੂੰ ਲੱਗਦਾ ਵੀ ਕੰਪਿਊਟਰ ਤੇ ਹੱਥ ਮਾਰਨੇ ਠੀਕ ਹੈ ਯਾਰ ਤੇ ਇੱਧਰ ਇੱਕਦਮ ਇੱਧਰ ਆਉਣਾ। ਬਿਲਕੁਲ ਜੀ ਬਿਲਕੁਲ। ਮੈਂ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਹੈਗੇ ਨੇ ਬਾਕੀ ਮੇਰੇ ਜਾਣਨ ਵਾਲੇ ਉਹਨਾਂ ਨੂੰ ਕਹਿਣਾ ਹੁੰਦਾ ਕਿ ਮੇਰੀ ਜਰਨੀ ਜਿਹੜੀ ਹੈਗੀ ਫਰਮ ਕੰਪਿਊਟਰ ਟੂ ਕਾਊਡੰਗ। ਠੀਕ ਹੈ ਨਾ ਕੰਪਿਊਟਰ ਟੂ ਕਾਊਡੰਗ। ਕੰਪਿਊਟਰ ਮਤਲਬ ਪਹਿਲਾਂ ਕੰਪਿਊਟਰ ਤੇ ਬੈਠੀਦਾ ਸੀ ਹੁਣ ਆਪਾਂ ਗੋਹੇ 'ਚ ਹੱਥ ਪਾਈਦਾ। ਦੇਖੋ ਕਿੰਨੀ ਵੱਡੀ ਟ੍ਰਾਂਜੀਸ਼ਨ ਬਿਲਕੁਲ 360 ਦੀ ਟ੍ਰਾਂਜੀਸ਼ਨ ਹੈ। ਤੁਸੀਂ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਹੋਈ? 2019 'ਚ ਜੀ ਮਨ ਬਣਾ ਲਿਆ ਸੀਗਾ ਵੀ ਕੁਛ ਨਾ ਕੁਛ ਆਪਣਾ ਕਰਨਾ ਪਰ ਜਦੋਂ ਤੁਹਾਨੂੰ ਪਤਾ ਜਿਹੜਾ ਤਨਖਾਹ ਵਾਲਾ ਬੰਦਾ ਹੁੰਦਾ ਸੈਲਰੀਡ ਬੰਦਾ ਹੁੰਦਾ ਉਹਦੇ ਕੋਲ ਜਿਹੜੇ ਹੁੰਦੇ ਨੇ ਆਪਣੇ ਸੋਰਸ ਫੰਡਸ ਵਗੈਰਾ ਲਿਮਟਿਡ ਹੁੰਦੇ ਨੇ ਕੁਛ ਨਾ ਕੁਛ ਤਾਂ ਚੱਲ ਰਹੀਆਂ ਹੁੰਦੀਆਂ ਨੇ ਤੇ ਮੈਂ ਫਿਰ ਰਿਸਰਚ ਕਰਨੀ ਸ਼ੁਰੂ ਕੀਤੀ ਵੀ ਕੋਈ ਇਦਾਂ ਦਾ ਕੰਮ ਲੱਭਿਆ ਜਾਵੇ ਜਿਹ 'ਚ ਇਨਵੈਸਟਮੈਂਟ ਘੱਟ ਹੋਵੇ ਤੇ ਜਿਹੜਾ ਰਿਟਰਨ ਹੈਗਾ ਉਹ ਵੀ ਚੰਗਾ ਹੋਵੇ ਤੇ ਜਿਹੜੀ ਉਹਦੀ ਮਤਲਬ ਆਊਟਪੁੱਟ ਆਉਣੀ ਸ਼ੁਰੂ ਹੋ ਜਾਵੇ ਉਹ ਵੀ ਜਲਦੀ ਆ ਜਾਵੇ। ਕਈ ਪ੍ਰੋਜੈਕਟ ਸਟੱਡੀ ਕੀਤੇ ਜੀ ਜਿਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪੜ੍ਹਿਆ ਮੈਨੂੰ ਲੱਗਦਾ ਸੀ ਕੁਝ ਖੇਤੀਬਾੜੀ ਰਿਲੇਟਡ ਹੀ ਕੀਤਾ ਜਾਵੇ। ਕਈ ਪ੍ਰੋਜੈਕਟ ਸਟੱਡੀ ਕੀਤੇ ਉਹਦੇ 'ਚ ਮਸ਼ਰੂਮ ਫਾਰਮ
ਫਾਰਮਿੰਗ ਦਾ ਇੱਕ ਪ੍ਰੋਜੈਕਟ ਮੈਂ ਦੇਖਿਆ ਵੀ ਕਿਉਂ ਨਾ ਮਸ਼ਰੂਮ ਫਾਰਮਿੰਗ ਕੀਤੀ ਜਾਵੇ। ਇਨਵੈਸਟਮੈਂਟ ਜ਼ਿਆਦਾ ਹੈ। ਹਾਂ, ਪਹਿਲਾਂ ਮੈਂ ਸੋਚਿਆ ਸੀਗਾ ਵੀ ਆਪਾਂ ਨਾਰਮਲ ਜਿਹੜੀ ਸੀਜ਼ਨਲ ਹੁੰਦੀ ਹੈ ਵੀ ਜਿਵੇਂ ਹੱਟ ਬਣਾ ਕੇ ਕਰੀਏ, ਬਾਅਦ ਚ ਫਿਰ ਏਸੀ ਵਾਲਾ ਰੂਮ ਚ ਕਰੀਏ। ਉਹਦੇ ਲਈ ਮੈਂ ਆਪਣਾ DMR ਸੋਲਨ, ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੋਲਨ ਦੇ ਵਿੱਚ ਆਪਣਾ ਅਪਲਾਈ ਵੀ ਕਰਤਾ ਸੀਗਾ ਫॉर ਟ੍ਰੇਨਿੰਗ। ਤੇ ਨਾਲ ਨਾਲ ਜਿਹੜਾ ਸੀਗਾ ਕਿ ਮੈਂ ਹੋਰ ਵੀ ਪ੍ਰੋਜੈਕਟ ਸਟੱਡੀ ਕਰ ਰਿਹਾ ਸੀਗਾ। ਉਹਦੇ ਵਿੱਚ ਟ੍ਰੇਨਿੰਗ ਸੀਗੀ 2020 ਅਪ੍ਰੈਲ ਦੇ ਵਿੱਚ, ਪਰ ਜਿੱਦਾਂ ਹੀ ਤੁਹਾਨੂੰ ਪਤਾ ਮਾਰਚ ਦੇ ਵਿੱਚ ਆ ਗਿਆ ਕਰੋਨਾ, ਤੇ ਉਹ ਫਿਰ ਸਾਰੀ ਜਿਹੜੀ ਮੇਰੀ ਕੈਲਕੂਲੇਸ਼ਨ ਸੀਗੀ ਉਹ ਰਿਵਰਸ ਹੋ ਗਈ। ਫਿਰ ਮੈਨੂੰ ਲੱਗਿਆ ਕਿ ਯਾਰ ਹੁਣ ਜਿਵੇਂ ਰੈਸਟੋਰੈਂਟ ਵੀ ਬੰਦ ਨੇ, ਹੋਟਲ ਵੀ ਬੰਦ ਨੇ, ਰਿਜ਼ੋਰਟ ਵੀ ਬੰਦ ਨੇ, ਮੈਰਿਜਸ ਵੀ ਬੰਦ ਨੇ, ਵੀ ਇਹ ਮਸ਼ਰੂਮ ਵਾਲਾ ਕੰਮ ਤਾਂ ਬੜਾ ਰਿਸਕੀ ਹੋ ਜਾਏਗਾ। ਪੈਰਲਲੀ ਮੈਂ ਇਹ ਪ੍ਰੋਜੈਕਟ ਦੇ ਉੱਤੇ ਵੀ ਸਟੱਡੀ ਕਰ ਰਿਹਾ ਸੀਗਾ, ਇਹਨੂੰ ਵੀ ਸ਼ਾਰਟ ਲਿਸਟ ਕੀਤਾ ਸੀਗਾ, ਜਿਹੜਾ ਆਪਣਾ ਵਰਮੀ ਕੰਪੋਸਟ ਗੰਡੋਆ ਖਾਦ ਵਾਲਾ ਪ੍ਰੋਜੈਕਟ ਹੈਗਾ। ਇਹ ਜਿਹੜਾ ਗੰਡੋਆ ਖਾਦ ਵਾਲਾ ਪ੍ਰੋਜੈਕਟ ਆ, ਫਿਰ ਮੈਂ ਇਹਨੂੰ ਚੁਣਿਆ ਤੇ ਮੈਂ ਫਿਰ ਆਪਣੀ ਜੌਬ ਛੱਡ ਕੇ ਫਿਰ ਪੂਰਾ ਇਹਦੇ ਵਿੱਚ ਹੀ ਆਪਣਾ ਤਨ ਮਨ ਧਨ ਤੇ ਸਾਰਾ ਇਹਦੇ ਨਾਲ ਡੈਡੀਕੇਟਡ ਹੋ ਗਿਆ ਜੀ। ਕੀ ਬਾਤ ਹੈ ਬਾਈ। ਜਿਹੜਾ ਉਹ ਦਿਨ ਸੀਗਾ ਜਦੋਂ ਤੁਸੀਂ ਅਸਤੀਫਾ ਦਿੱਤਾ ਜੀ, ਤੇ ਉਸ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ ਇਹ, ਜਾਂ ਫਿਰ ਅਸਤੀਫੇ ਤੋਂ ਬਾਅਦ ਕੀਤਾ? ਨਹੀਂ ਜੀ, ਅਸਤੀਫੇ ਤੋਂ ਪਹਿਲਾਂ ਹੀ ਮੈਂ ਆਪਣਾ ਯੂਨਿਟ ਸੈਟਅਪ ਕਰਤਾ ਸੀਗਾ, ਕਿਉਂਕਿ ਤੁਹਾਨੂੰ ਪਤਾ ਕਿ ਇਹਦੇ ਵਿੱਚ ਜਿਹੜੀ ਮੇਨ ਇਨਵੈਸਟਮੈਂਟ ਹੈ ਉਹ ਕਲਚਰ ਦੀ ਹੈ। ਕਲਚਰ ਮਤਲਬ ਵਰਮੀ ਕੰਪੋਸਟ ਦੇ ਵਿੱਚ ਜਿਹੜਾ ਗੰਡੋਆ ਯੂਜ਼ ਹੁੰਦਾ, ਉਹਦੀ ਮੇਨ ਇਨਵੈਸਟਮੈਂਟ ਜਿਹੜੀ ਇਹਦੇ ਵਿੱਚ ਹੁੰਦੀ ਹੈ। ਇੱਕ ਵਾਰੀ ਤੁਸੀਂ ਉਹਨੂੰ ਮਲਟੀਪਲਾਈ ਕਰ ਲਿਆ, ਫਿਰ ਤੁਸੀਂ ਆਪਣਾ ਕੰਮ ਵੀ ਵਧਾ ਸਕਦੇ ਹੋ। ਮੈਂ ਜੌਬ ਦੇ ਵਿੱਚ ਰਹਿੰਦੇ ਜਦੋਂ ਮੈਂ ਆਪਣਾ ਰੈਜ਼ਿਗਨੇਸ਼ਨ ਦੇਣ ਦਾ ਮਨ ਬਣਾਇਆ, ਉਦੋਂ ਹੀ ਆਪਣਾ ਯੂਨਿਟ ਸੈਟਅਪ ਕਰ ਲਿਆ ਸੀ, ਤਾਂ ਕਿ ਜਦ ਤੱਕ ਮੈਂ ਆਪਣਾ ਜੌਬ ਤੋਂ ਬਾਹਰ ਆਵਾਂ ਤਾਂ ਮੇਰੇ ਕੋਲ ਕਲਚਰ ਇੰਨਾ ਹੋਵੇ ਕਿ ਮੇਰਾ ਇੱਕ ਸਟੈਂਡਰਡ ਜਿਹੜਾ ਹੈਗਾ, ਇੱਕ ਵਧੀਆ ਤਰੀਕੇ ਨਾਲ ਮੇਰਾ ਇੱਕ ਵਧੀਆ ਸਟੈਂਡਰਡ ਤੋਂ ਕੰਮ ਜਿਹੜਾ ਹੈਗਾ ਸ਼ੁਰੂ ਹੋ ਸਕੇ। ਕਮਾਈ ਤਾਂ ਸ਼ੁਰੂ ਹੋ ਜੇ ਲੱਗਦਾ ਵੀ ਜਿੰਨੀ ਕਮਾਈ ਸੀ ਉਹ ਤੋਂ ਥੱਲੇ ਨਾ ਡਿੱਗੇ ਤੁਸੀਂ। ਹਾਂ, ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਪਹਿਲਾਂ ਕਲਚਰ ਜਿਹੜਾ ਹੈਗਾ 4-5 ਮਹੀਨੇ ਪਹਿਲਾਂ ਹੀ ਮੈਂ ਸ਼ੁਰੂ ਕਰਤਾ ਸੀ ਆਪਣਾ ਬਣਾਉਣਾ। 16-17 ਬੈੱਡ ਲਗਾਏ ਸੀਗੇ ਮੈਂ। ਉਸ ਤੋਂ ਬਾਅਦ ਜਦੋਂ ਮੈਂ ਮਤਲਬ ਮੇਰੇ ਖਿਆਲ 'ਚ ਅਕਤੂਬਰ ਦੇ ਆਖਰੀ ਦਿਨ ਸੀਗਾ, ਅਕਤੂਬਰ 2020 ਦੇ ਵਿੱਚ ਮੈਂ ਜੌਬ ਛੱਡੀ ਹੈ ਜੀ, ਤੇ 1 ਨਵੰਬਰ ਨੂੰ ਮੈਂ ਆਪਣੀ ਪਹਿਲੀ ਸੇਲ ਕਰਤੀ ਹੈ ਜੀ ਆਪਣੇ ਪ੍ਰੋਡਕਟ ਦੀ। ਇੱਥੇ ਕੀਤਾ ਸ਼ੁਰੂ? ਹਾਂਜੀ, ਬਿਲਕੁਲ ਇੱਥੇ ਹੀ ਜੀ। ਅੱਛਾ, ਤੇ ਫਿਰ ਉਹਦੀ ਖਾਸ ਤੌਰ ਦੇ ਉੱਤੇ ਮਾਰਕੀਟਿੰਗ ਤੁਸੀਂ ਕਿਵੇਂ ਦੇਖੀ? ਆਖਰ 'ਚ ਵੈਸੇ ਇਹ ਸਵਾਲ ਮੈਂ ਅੰਤ 'ਚ ਪੁੱਛਦਾ ਹੁੰਦਾ, ਪਰ ਕਿਉਂਕਿ ਵਰਮੀ ਕੰਪੋਸਟ ਬਾਰੇ ਆਪਾਂ ਲਗਭਗ ਜਾਣਦੇ ਆ ਤੇ ਤੁਹਾਡੇ ਤੋਂ ਹੋਰ ਤਰੀਕੇ ਨਾਲ ਗੱਲ ਪੁੱਛਾਂਗੇ। ਮਾਰਕੀਟਿੰਗ ਕਿਵੇਂ, ਕਿਉਂਕਿ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਆਉਂਦੀ ਹੈ ਵੀ ਵੇਚਣਾ ਕਿਵੇਂ ਹੈ। ਜੀ ਬਿਲਕੁਲ ਬਿਲਕੁਲ। ਹੁਣ ਜਿਵੇਂ ਜੀ ਸਾਡਾ ਇਹ ਪ੍ਰੋਡਕਟ ਹੈਗਾ, ਇਹ ਪ੍ਰੋਡਕਟ ਜੇਕਰ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਜ਼ਿਆਦਾ ਤਾਦਾਦ 'ਚ ਹੈ, ਫਿਰ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਇਸ ਪ੍ਰੋਡਕਟ ਨੂੰ ਕਿਸਾਨਾਂ ਤੱਕ ਪਹੁੰਚਾ ਸਕਦੇ ਹੋ। ਕਿਉਂਕਿ ਜਦੋਂ ਤੁਸੀਂ ਇਨੀਸ਼ੀਅਲੀ ਸ਼ੁਰੂ ਕਰਦੇ ਹੋ ਉਦੋਂ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਲਿਮਟਿਡ ਹੁੰਦੀ ਹੈ। ਤੇ ਮੈਂ ਅਰਬਨ ਗਾਰਡਨਿੰਗ ਤੋਂ ਸ਼ੁਰੂ ਕੀਤਾ ਵੀ ਜਿਹੜੇ ਲੋਕ ਅਰਬਨ ਗਾਰਡਨਿੰਗ ਕਰਦੇ ਨੇ ਉਹਨਾਂ ਨੂੰ ਗੰਡੋਆ ਖਾਦ ਦਿੱਤੀ ਜਾਵੇ, ਕਿਉਂਕਿ ਉਹਨਾਂ ਨੇ ਆਪਣੇ ਗਮਲਿਆਂ 'ਚ, ਪੌਦਿਆਂ 'ਚ, ਜਿਹੜੇ ਘਰ ਉਹਨਾਂ ਨੇ ਆਪਣੀਆਂ ਕਿਚਨ ਗਾਰਡਨ ਲਗਾਏ ਉਹਦੇ ਵਿੱਚ ਲਗਾਈ ਜਾਵੇ। ਤਾਂ ਸਭ ਤੋਂ ਪਹਿਲਾਂ ਕਿਉਂਕਿ ਮੈਨੂੰ ਥੋੜੀ ਨੌਲੇਜ ਸੀਗੀ ਡਿਜੀਟਲ ਮਾਰਕੀਟਿੰਗ ਦੀ, ਮੈਂ ਫੇਸਬੁੱਕ ਐਡ ਵਗੈਰਾ ਰਨ ਕੀਤੀ ਤੇ ਉਹਦੇ ਵਿੱਚ ਦੱਸਿਆ ਲੋਕਾਂ ਨੂੰ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਜੀ, ਮੈਂ ਫ੍ਰੀ ਸੈਂਪਲ ਦੇ ਰਿਹਾ ਤੁਹਾਨੂੰ, ਮੇਰੇ ਕੋਲ ਆ ਕੇ ਫ੍ਰੀ ਸੈਂਪਲ ਲਓ ਪਿਓਰ ਖਾਦ ਦੇ। 1-1 ਕਿਲੋ ਦੇ ਸੈਂਪਲ ਬਣਾਏ ਤੇ ਜਿਹੜੇ ਬੰਦਿਆਂ ਨੇ ਮੈਨੂੰ ਉਹਦੇ ਤੇ ਕੰਟੈਕਟ ਕੀਤਾ, ਤੇ ਉਹ ਜਿਹੜੀ ਮੇਰੀ ਐਡ ਸੀਗੀ ਸਿਰਫ ਚੰਡੀਗੜ੍ਹ ਪੈਰੀਫੇਰੀ 'ਚ ਚੱਲਦੀ ਸੀ, ਮੈਂ ਉੱਥੇ ਸੈਂਪਲ ਦੇਣ ਜਾਂਦਾ ਸੀ ਆਪ ਜੀ। ਫਿਰ ਉਹ ਜਿਹੜਾ ਸੈਂਪਲ ਲੋਕਾਂ ਨੂੰ ਪਸੰਦ ਆਉਂਦਾ ਸੀਗਾ, ਫਿਰ ਉਹ ਮੈਨੂੰ ਵੱਡੇ ਆਰਡਰ ਦਿੰਦੇ ਸੀਗੇ। ਮਾਰਕੀਟਿੰਗ ਦੁਬਾਰੇ ਫਿਰ ਸ਼ੁਰੂ ਕੀਤੀ? ਹਾਂ, ਮਾਰਕੀਟਿੰਗ ਜਿਹੜੀ ਪਹਿਲਾਂ ਆਪਾਂ ਬੈਂਕ ਲਈਆਂ ਹੋਰ ਕੰਪਨੀਆਂ ਲਈ ਕਰਦੇ ਸੀ, ਫਿਰ ਆਪਣੇ ਪ੍ਰੋਡਕਟ ਲਈ ਕੀਤੀ। ਜਿੰਨੇ ਵੀ ਸਕੇਲ ਅਸੀਂ 18-19 ਸਾਲ ਦੇਖੋ ਜੋ ਜੌਬ ਕੀਤੀ, ਸਕੇਲ ਤਾਂ ਤੁਹਾਡੇ ਇਨਹਾਂਸ ਹੁੰਦੇ ਹੀ ਹੈ। ਤੇ ਫਿਰ ਅਸੀਂ ਉਹ ਸਾਰੇ ਜਿਹੜੇ ਹੈਗੇ ਸਕੇਲ ਆਪਣੇ ਕੰਮ 'ਚ ਪਾਏ, ਤੇ ਹੌਲੀ ਹੌਲੀ ਫਿਰ ਆਰਡਰ ਆਉਣੇ ਸ਼ੁਰੂ ਹੋਏ, ਤੇ ਫਿਰ ਹੌਲੀ ਹੌਲੀ ਜਿਹੜੇ ਨਰਸਰੀਜ਼ ਨੂੰ ਜੁੜਿਆ ਨਾਲ, ਫਿਰ ਆਨਲਾਈਨ ਆਪਣਾ ਪੋਰਟਲ ਬਣਾਇਆ ਜੀ। ਆਨਲਾਈਨ ਜਿਹੜੀਆਂ ਮਾਰਕੀਟ ਪਲੇਸਿਸ ਨੇ, Amazon, Flipkart ਹੈ, ਹੋਰ ਜਿਹੜੀਆਂ ਵੀ ਮਾਰਕੀਟ ਪਲੇਸਿਸ ਨੇ, ਉਹਦੇ ਤੇ ਸੇਲ ਕਰਨਾ ਸ਼ੁਰੂ ਕੀਤਾ ਜੀ। ਤੇ ਕਿਉਂਕਿ ਪੜ੍ਹਾਈ ਮੇਰੀ MBA 'ਚ ਸੀਗੀ, ਬ੍ਰਾਂਡਿੰਗ, ਮਾਰਕੀਟਿੰਗ, ਟਾਰਗੇਟਿੰਗ, ਉਹ ਸੈਗਮੈਂਟੇਸ਼ਨ, ਉਹ ਸਾਰਾ ਕੁਝ ਪੜ੍ਹਿਆ ਹੋਇਆ ਸੀਗਾ। ਤੇ ਨਾਲ ਡਿਜੀਟਲ ਮਾਰਕੀਟਿੰਗ ਹੁਣ ਆ ਗਈ ਸੀਗੀ। ਡਿਜੀਟਲ ਮਾਰਕੀਟਿੰਗ ਤੁਸੀਂ ਬਿਲਕੁਲ ਟੂ ਦਾ ਪੁਆਇੰਟ ਜਿਹੜਾ ਹੈਗਾ ਕਸਟਮਰ ਨੂੰ ਉਹ ਪਿਨ ਪੁਆਇੰਟ ਕਰਕੇ ਚੀਜ਼ ਆਪਣੀ ਵੇਚ ਸਕਦੇ ਹੋ। ਕੀ ਬਾਤ ਹੈ ਬਾਈ। ਫਿਰ ਇਹ ਜਦੋਂ ਤੁਸੀਂ ਇਹ ਚੁਣਿਆ, ਉਹਦੇ 'ਚ ਯਾਰ ਦੋਸਤ ਹੋ ਗਏ ਤੇ ਪਰਿਵਾਰ ਹੋ ਗਿਆ, ਇਹ ਬਹੁਤ ਜ਼ਿਆਦਾ ਔਖਾ ਹੁੰਦਾ ਆਪਾਂ ਨੂੰ ਇੱਕ ਰਿਸਕ ਫ੍ਰੀ ਕੰਮ ਤੋਂ ਰਿਸਕੀ ਕੰਮ ਦੇ ਵਿੱਚ ਆਉਣਾ। ਬਿਲਕੁਲ। ਉਹਨਾਂ ਦੀ ਕੀ ਪ੍ਰਤੀਕਿਰਿਆ ਰਹੀ ਹੋਊਗੀ? ਦੇਖੋ ਜੀ, ਪਰਿਵਾਰ ਦੀ ਪੂਰੀ ਸਪੋਰਟ ਰਹੀ, ਮੇਰੇ ਪੇਰੈਂਟਸ ਦੀ, ਮਾਤਾ ਪਿਤਾ ਦੀ, ਵਾਈਫ ਦੀ ਪੂਰੀ ਸਪੋਰਟ ਸੀਗੀ। ਵਾਈਫ ਮੇਰੇ ਕਿਉਂਕਿ ਆਪਣਾ ਪ੍ਰੋਫੈਸਰ ਨੇ ਚੰਡੀਗੜ੍ਹ ਦੇ ਵਿੱਚ ਕਾਲਜ ਦੇ ਵਿੱਚ, ਤਾਂ ਇਸ ਕਰਕੇ ਥੋੜਾ ਜਿਹਾ ਇੱਕ ਤੁਹਾਨੂੰ ਕੰਫਰਟ ਲੈਵਲ ਵੀ ਮਿਲ ਜਾਂਦਾ ਕਿ ਵੀ ਚਲੋ ਵੀ ਇੱਕ ਜਗ੍ਹਾ ਤੋਂ ਤੁਹਾਡੀ ਸੋਰਸ ਆਫ ਅਰਨਿੰਗ ਆ ਰਹੀ ਹੈ, ਇੰਨਾ ਰਿਸਕ ਨਹੀਂ ਹੈਗਾ। ਬਟ ਇਹਨਾਂ ਦੀ ਸਪੋਰਟ ਰਹੀ ਜੀ। ਜੇਕਰ ਅੱਜ ਆਪਾਂ ਇੱਥੇ ਮੁਕਾਮ ਤੇ ਖੜੇ ਹਾਂ ਤਾਂ ਆਪਣੇ ਪੇਰੈਂਟਸ ਔਰ ਆਪਣੇ ਜਿਹੜਾ ਤੁਹਾਡਾ ਲਾਈਫ ਪਾਰਟਨਰ ਉਹਦੀ ਜਿਹੜੀ ਸਪੋਰਟ ਆ ਉਹਦੇ ਨਾਲ। ਪਰਿਵਾਰ ਤੋਂ ਬਿਨਾਂ ਤਾਂ ਕੋਈ ਕੰਮ ਵੀ ਨਹੀਂ। ਖਾਸ ਤੌਰ ਤੇ ਜਿਹੜਾ ਕਿ ਬਿਜ਼ਨਸ ਹੈ ਉਹ ਵੀ ਇਹੋ ਜਿਹਾ ਬਿਜ਼ਨਸ, ਕਿਉਂਕਿ ਹੋਰ ਵੀ ਬਿਜ਼ਨਸ ਤਰ੍ਹਾਂ ਦੇ ਹੋਣਗੇ, ਪਰ ਸਿੱਧਾ ਇਹੋ ਜਿਹਾ ਜਿਹੜਾ ਕਿ ਆਪਾਂ ਜਦੋਂ ਤੁਹਾਨੂੰ ਕਿਸੇ ਨੂੰ ਦੱਸਦੇ ਵੀ ਆਂ, ਅਗਲਾ ਕਹਿੰਦਾ ਇਹ ਕਿਹੜਾ ਕੰਮ ਹੋਊਗਾ, ਇਹਦੇ ਚੋਂ ਕਾਹਦੀ ਕਮਾਈ? ਸਹੀ ਹੈ। ਨਹੀਂ, ਲੋਕੀ ਤਾਂ ਜੀ ਸ਼ੁਰੂ 'ਚ ਕਹਿੰਦੇ ਸੀ ਕੀ ਗੋਹੇ ਦਾ ਕੰਮ, ਜਾਂ ਤੂੰ ਗੋਹੇ 'ਚ ਬਾਂਹ ਪਾ ਕੇ ਤੇ ਆਪਣਾ ਤੂੰ ਦੇਖੀ ਜਾਂਦਾ, ਇਹਦੇ 'ਚ ਕੀੜੇ ਮਕੌੜੇ 'ਚ ਕੀ ਇਹ ਦੇਖਦਾ ਪਿਆ। ਕਈਆਂ ਦਾ ਸਮਝ ਹੀ ਨਹੀਂ ਆਇਆ 6 ਮਹੀਨੇ ਜਦ ਤੱਕ ਮੈਂ ਮਤਲਬ ਫੇਸਬੁੱਕ ਤੇ ਆਪਣੀ ਪ੍ਰੋਪਰ ਬ੍ਰਾਂਡਿੰਗ। ਲੋਕਾਂ ਨੂੰ ਨਹੀਂ ਪਤਾ ਬਾਈ, ਨਹੀਂ ਪਤਾ ਵਰਮੀ ਕੰਪੋਸਟ ਜਾਂ ਗੰਡੋਇਆਂ ਦੀ ਖਾਦ ਕੀ ਹੁੰਦੀ ਹੈ। ਹੌਲੀ ਹੌਲੀ ਜਿਵੇਂ ਲੋਕ ਆਉਂਦੇ ਉਵੇਂ ਪਤਾ ਲੱਗਦਾ। ਜੀ। ਤੇ ਪਹਿਲਾਂ ਫਿਰ ਕਿੱਥੇ ਸੇਲ ਕੀਤੀ? ਪਹਿਲਾਂ ਜੀ ਮੈਂ ਦੱਸਿਆ ਜੀ, ਕੋਠੀਆਂ ਦੇ ਵਿੱਚ ਕਿਲੋ ਦੇ ਪੈਕਟ ਸੇਲ ਕੀਤੇ। ਪਹਿਲਾਂ ਗਾਹਕ ਆਇਆ ਉਦੋਂ ਕਿਵੇਂ ਲੱਗੇ ਜਿੱਦੋਂ ਪੈਸੇ ਲਏ? ਪਹਿਲਾ ਗਾਹਕ ਜੀ, ਮੈਂ ਆਪਣੇ ਜਿਹੜਾ ਸੈਕਟਰ ਹੈ ਮੇਰਾ, ਉੱਥੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਿਲੋ ਦੇ
ਸੈਂਪਲ ਦਿੱਤੇ। ਮੈਂ ਕਿਹਾ ਜੀ ਜੇਕਰ ਤੁਹਾਨੂੰ ਲੋੜ ਹੋਈ ਤਾਂ ਇੱਕ ਆਪਣੇ ਮੈਨੂੰ ਯਾਦ ਹੈ ਉਹਨਾਂ ਦਾ ਨਾਮ ਨਿਰੰਜਨ ਸਿੰਘ ਸੀਗਾ, ਅੱਜ ਵੀ ਯਾਦ ਹੈ, ਤੇ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਆਪਣਾ ਤੁਸੀਂ 20 ਕਿਲੋ ਜਿਹੜੀ ਖਾਦ ਦੇ ਕੇ ਜਾਓ। ਤੇ ਜਿਹੜਾ ਉਹਨਾਂ ਨੇ 500 ਰੁਪਏ ਦਾ ਰੋਟ ਦਿੱਤਾ ਮੈਨੂੰ, ਉਹ ਤਾਂ ਅੱਜ ਵੀ ਮੇਰੇ ਕੋਲ ਸਾਂਭਿਆ ਹੋਇਆ ਜੀ, ਕਿਉਂਕਿ ਉਹ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਐਂਟਰਪ੍ਰੇਨਿਓਰਸ਼ਿਪ ਜਰਨੀ ਆ, ਜਿਹੜੀ ਮੇਰੀ ਆਪਣੀ ਜਿਹੜੀ ਆਪਣੇ ਕੰਮ ਦੀ ਜਰਨੀ ਆ, ਉਹਦੀ ਉਹ ਪਹਿਲੀ ਕਮਾਈ ਹੈ ਜੀ, ਉਹ ਮੈਂ ਉਹਨੂੰ ਸਾਂਭ ਕੇ ਅੱਜ ਤੱਕ ਰੱਖਿਆ ਹੋਇਆ। ਬਸ ਇਦਾਂ ਹੀ ਹੌਲੀ ਹੌਲੀ ਫਿਰ ਵੱਧਦੇ ਰਹੇ ਜੀ, ਅੱਗੇ ਤੋਂ ਅੱਗੇ ਰੈਫਰੈਂਸਿਸ ਮਿਲਦੇ ਰਹੇ। ਫਿਰ ਅਸੀਂ ਜਿੰਨੇ ਵੀ ਰਿਜ਼ੋਰਟ ਨੇ ਆਪਣਾ ਮੋਹਾਲੀ ਦੇ ਵਿੱਚ, ਜਿੰਨੀਆਂ ਵੀ ਇੱਧਰ ਲਾਂਡਰਾ ਰੋਡ ਸਾਈਡ ਵਾਲੀਆਂ ਆਪਣੀਆਂ ਜਿੰਨੀਆਂ ਵੀ ਕਲੋਨੀਆਂ ਬਣ ਰਹੀਆਂ, ਉਹਨਾਂ 'ਚ ਜਿੰਨੇ ਵੀ RWS ਰੈਜ਼ੀਡੈਂਟ ਵੈਲਫੇਅਰ ਸੁਸਾਇਟੀਜ਼ ਆਪਣੇ ਪਾਰਕ ਮੇਨਟੇਨ ਕਰਦੀਆਂ, ਬਿਲਡਰ ਆਪਣੇ ਪਾਰਕ ਬਣਾਉਂਦੇ ਨੇ, ਉਹਦੇ ਵਿੱਚ ਸਾਰੀ ਜਗ੍ਹਾ ਹੀ ਸਾਡੀ ਜਿਹੜੀ ਵਰਮੀ ਕੰਪੋਸਟ ਗੰਡੋਆ ਖਾਦ ਆ ਉਹ ਜਾਂਦੀ ਆ, ਤਾਂ ਕਿ ਉਹਦਾ ਰਿਜ਼ਲਟ ਵੀ ਅੱਛਾ ਜੀ ਤੇ ਗੁੱਡਵਿਲ ਵੀ ਸਾਡੀ ਬਹੁਤ ਅੱਛੀ ਬਣੀ ਹੋਈ ਹੈ ਜੀ। ਇੱਥੇ ਬਾਈ ਕਿੰਨੇ ਬੈੱਡ ਬਣਾਏ ਹੋਏ ਤੁਸੀਂ? ਇੱਥੇ ਸਰ ਇਹਦੇ ਵਿੱਚ ਸਾਡੇ ਕੋਲ 180 ਬੈੱਡ ਨੇ 40 ਫੁੱਟ ਦੇ, ਤੇ ਥੋੜੇ ਜਿਹੇ ਇੱਧਰ ਵਾਲੇ ਸਾਡੇ ਬੈੱਡ ਥੋੜਾ ਜਦੋਂ ਪਿੱਛੇ ਬਰਸਾਤਾਂ ਆਈਆਂ, ਪਾਣੀ ਪੂਣੀ ਆ ਗਿਆ, ਉਹਦੇ 'ਚ ਥੋੜੇ ਜਿਹੇ ਖਰਾਬ ਹੋ ਗਏ ਨੇ, ਇਹਨੂੰ ਅਸੀਂ ਦੁਬਾਰਾ ਸੈਟਅਪ ਕਰਾਂਗੇ। ਬਾਕੀ ਇਹਦੇ ਵਿੱਚ ਸਾਡਾ ਰੂਟੀਨ ਦੇ ਵਿੱਚ ਬੈੱਡ ਬਣਦੇ ਰਹਿੰਦੇ ਨੇ, ਡੇਲੀ ਬੇਸਿਸ ਤੇ ਬੈੱਡ ਬਣਦੇ ਰਹਿੰਦੇ ਨੇ, ਖਾਦ ਉਤਰਦੀ ਰਹਿੰਦੀ ਆ, ਹਰ ਸਟੇਜ ਦੇ ਬੈੱਡ ਜਿਹੜੇ ਹੈਗੇ ਸਾਡੇ ਕੋਲ ਰਹਿੰਦੇ ਨੇ ਜੀ। ਬਾਈ ਫਿਰ ਗੋਹੇ ਦਾ ਬੰਦੋਬਸਤ ਕਿੱਥੋਂ ਕਰਦੇ? ਗੋਹੇ ਦਾ ਪ੍ਰਬੰਧ ਜੀ, ਗੋਹਾ ਸਾਨੂੰ ਜੀ ਆਪਣਾ ਗਊਸ਼ਾਲਾ ਤੋਂ ਮਿਲ ਜਾਂਦਾ ਜੀ, ਨਾਲ ਬਲ ਪਿੰਡ ਹੈਗੇ ਨੇ, ਪਿੰਡਾਂ ਦੇ ਵਿੱਚੋਂ ਅਸੀਂ ਗੋਹਾ ਇਕੱਠਾ ਕਰ ਲੈਂਦੇ ਹਾਂ ਜੀ। ਗੋਹਾ ਸਾਨੂੰ ਬੜੇ ਆਰਾਮ ਨਾਲ ਮਿਲ ਜਾਂਦਾ ਜੀ, ਗੋਹੇ ਦੀ ਕੋਈ ਦਿੱਕਤ ਨਹੀਂ ਹੈ। ਪੱਕੇ ਕਰਾਰ ਕੀਤੇ ਹੋਏ ਤੁਸੀਂ ਉਹਨਾਂ ਨਾਲ? ਹਾਂਜੀ ਪੱਕੇ ਜੀ, ਰੇਟ ਪੱਕਾ ਹੋ ਜਾਂਦਾ ਜੀ। ਇੱਕ ਵਾਰੀ ਸ਼ੁਰੂ 'ਚ ਪਹਿਲਾਂ ਲੱਗਦਾ ਕਿ ਪਤਾ ਨਹੀਂ ਇਹ ਕਹਿ ਰਿਹਾ ਲਊਗਾ ਇੰਨਾ ਗੋਹਾ ਕਿ ਨਹੀਂ, ਹੁਣ ਤਾਂ ਜੀ ਅਸੀਂ ਆਸ-ਪਾਸ ਦੇ 3-4 ਪਿੰਡਾਂ 'ਚ ਗੋਹਾ ਇਕੱਠਾ ਹੀ ਨਹੀਂ ਹੋਣ ਦਿੰਦੇ ਹੈਗੇ। ਉਹਨਾਂ ਦਾ ਤੁਸੀਂ ਕਿਵੇਂ ਲੈ ਕੇ ਆਉਣੇ, ਉਹਨਾਂ ਦੀ ਰੂੜੀਆਂ ਤੋਂ, ਜਾਂ ਫਿਰ ਤੁਸੀਂ ਕੁਝ ਜਗ੍ਹਾ ਪੱਕੀ ਰੱਖੀ ਹੋਈ ਹੈ ਕਿਤੇ? ਨਾ ਜੀ ਨਾ, ਜਿਵੇਂ ਮੰਨ ਲਓ ਕਿ ਉਹਨਾਂ ਨੂੰ ਦੱਸਤਾ ਵੀ ਸਾਫ਼ ਜਗ੍ਹਾ ਦੇ ਵਿੱਚ ਕੂੜਾ ਤੁਸੀਂ ਨਾ ਸਿੱਟੋ, ਨਾਰਮਲ ਗੋਹਾ ਸਿੱਟੋ। ਜਦੋਂ ਉਹਦੀਆਂ 4-5 ਟਰਾਲੀਆਂ ਹੁੰਦੀਆਂ ਤੇ ਟਰਾਲੀ ਵਾਲਾ ਅਸੀਂ ਹਾਇਰ ਕਰਦੇ ਹਾਂ ਜੀ, ਉਹ JCB ਨਾਲ ਜਿਹੜੀਆਂ ਹੈਗੀਆਂ ਟਰਾਲੀਆਂ ਸਾਡੇ ਇੱਥੇ ਲਾ ਜਾਂਦਾ ਜੀ। ਸਹੀ ਹੈ। ਪਰ ਮੈਂ ਕਹੂੰਗਾ ਜਿਹੜੇ ਕਿਸਾਨਾਂ ਦੇ ਕੋਲ ਆਲਰੇਡੀ ਪਸ਼ੂ ਨੇ ਉਹ ਤੇ ਆਪਣੇ ਆਪ ਹੀ ਕਰ ਸਕਦੇ ਨੇ। ਹੁਣ ਜਿਹੜੇ ਜ਼ਿਮੀਂਦਾਰਾਂ ਦੇ ਕੋਲ ਆਪਣਾ ਤੁਸੀਂ ਲਗਾਓ ਕਿ ਜਿਹੜੇ ਆਪ ਹੀ ਖੇਤੀਬਾੜੀ ਕਰ ਰਹੇ ਨੇ ਜਾਂ ਪਸ਼ੂ ਪਾਲਕ ਨੇ, ਡੇਅਰੀ ਫਾਰਮਰ ਨੇ, ਉਹਨਾਂ ਕੋਲ ਤਾਂ ਆਪਣਾ ਹੀ ਗੋਹਾ ਹੁੰਦਾ ਜੀ। ਕਈਆਂ ਨੂੰ ਤਾਂ ਗੋਹੇ ਨੂੰ ਸਿੱਟਣਾ ਜਾਂ ਉਹਦੀ ਵਿਵਸਥਾ ਕਰਨੀ ਔਖੀ ਹੋ ਜਾਂਦੀ ਹੈ, ਕਿਉਂ ਨਾ ਉਹ ਇਦਾਂ ਕਰਕੇ ਇਹਦੇ 'ਚ ਥੋੜਾ ਜਿਹਾ ਉਹ। ਤੁਸੀਂ ਇਹਦੇ ਤੇ ਟ੍ਰੇਨਿੰਗ ਵੀ ਕਰਦੇ ਹੋ ਤੁਸੀਂ, ਮੈਨੂੰ ਦੱਸੋ? ਹਾਂਜੀ ਮੈਂ ਜੀ, ਮੈਨੂੰ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲਈ ਮੈਨੂੰ ਵੀ ਥੋੜਾ ਖੁਸ਼ੀ ਹੁੰਦੀ ਹੈ ਵੀ ਜਦੋਂ ਅਸੀਂ ਆਪਣਾ ਸ਼ੁਰੂ ਕੀਤਾ ਸੀ, ਸਾਨੂੰ ਲੱਗਦਾ ਸੀਗਾ ਕਿ ਇਸ ਚੀਜ਼ ਨੂੰ ਹਰ ਫਾਰਮਰ ਦੇ ਤੱਕ ਔਰ ਹਰ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕੀ ਵੀ ਜੈਵਿਕ ਖੇਤੀ ਨੂੰ ਅਪਣਾ ਸਕਣ, ਤਾਂ ਉਹ ਕਰ ਸਕਣ। ਫਿਰ ਉਹਦੇ ਲਈ ਅਸੀਂ ਕੀ ਕੀਤਾ ਸੀ ਕਿ ਆਪਣਾ ਇੰਸਟੀਚਿਊਟ ਬਣਾਇਆ ਜੀ, ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ। ਇਹ ਜਿਹੜਾ ਸਾਡਾ ਟ੍ਰੇਨਿੰਗ ਸੈਂਟਰ ਹੈ ਜੀ, ਹਰ ਸ਼ਨੀਵਾਰ ਨੂੰ ਅਸੀਂ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਦੇ ਹਾਂ ਜੀ ਫਾਰਮਰਸ ਨੂੰ। ਠੀਕ ਹੈ ਜੀ, ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਜੀ, 11 ਵਜੇ ਤੋਂ ਲੈ ਕੇ 2 ਵਜੇ ਤੱਕ ਟ੍ਰੇਨਿੰਗ ਹੁੰਦੀ ਹੈ ਜੀ। ਉਹ 'ਚ ਹਰ ਆਸਪੈਕਟ ਦੱਸਿਆ ਜਾਂਦਾ, ਥਿਓਰੈਟੀਕਲ ਪਹਿਲਾਂ ਸਮਝਾਇਆ ਜਾਂਦਾ, ਫਿਰ ਉਹਨਾਂ ਨੂੰ ਹਰ ਜਿਹੜਾ ਬੈੱਡ ਹੈਗਾ ਵਰਮੀ ਕੰਪੋਸਟ ਦਾ ਉਹ ਦਿਖਾਇਆ ਜਾਂਦਾ, ਉਹਦੇ ਵਿੱਚ ਹਰ ਸਟੇਜ ਸਮਝਾਈ ਜਾਂਦੀ ਹੈ ਜੀ। ਤੇ ਫਿਰ ਅਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ ਜੀ, ਤਾਂ ਕਿ ਵੀ ਉਹ ਜੇਕਰ ਜਿਹੜੇ ਇੱਛੁਕ ਨੇ ਜੀ ਉਹ ਦੁਬਾਰਾ ਸਾਡੇ ਨਾਲ ਸੰਪਰਕ ਕਰਦੇ ਨੇ, ਉਹਨਾਂ ਦਾ ਯੂਨਿਟ 'ਚ ਵੀ ਉਹਨਾਂ ਨੂੰ ਹੈਲਪ ਦਿੰਦੇ ਹਾਂ ਜੀ, ਕੰਸਲਟੈਂਸੀ ਵੀ ਦਿੰਦੇ ਹਾਂ। ਉਸ ਤੋਂ ਬਿਨਾਂ ਵੀ ਸਾਡਾ ਨੰਬਰ ਹੁਣ ਤਕਰੀਬਨ ਪੰਜਾਬ ਦੇ ਹਰ ਜਿਹੜੇ ਫਾਰਮਰ ਆ ਜਿਹੜਾ ਜੈਵਿਕ ਖੇਤੀ ਜਾਂ ਗੰਡੋਆ ਖਾਦ ਬਾਰੇ ਜਾਣਦਾ ਉਹਦੇ ਤੱਕ ਹੈਗਾ ਜੀ। ਕਈ ਵਾਰ ਵੈਸੇ ਵੀ ਮੈਨੂੰ ਲੋਕਾਂ ਦੇ ਫੋਨ ਆ ਜਾਂਦੇ ਆ ਜੀ, ਫਾਰਮਰਸ ਦੇ ਫੋਨ ਆ ਜਾਂਦੇ ਵੀ ਅਸੀਂ ਬੈੱਡ ਲਾਇਆ ਜੀ, ਸਾਡਾ ਬੈੱਡ ਹੀਟ ਹੋ ਰਿਹਾ ਜੀ, ਸਾਡੀ ਅਸੀਂ ਖਾਦ ਨੂੰ ਕਿਵੇਂ ਵੇਚੀਏ, ਅਸੀਂ ਉਹਦੀ ਵੀ ਕੰਸਲਟੈਂਸੀ ਜਿਹੜੀ ਫ੍ਰੀ ਆਫ ਕਾਸਟ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹਾਂ ਜੀ। ਜਿਹੜੇ ਕਿ ਸਾਡੇ ਕੋਲ ਟ੍ਰੇਨਿੰਗ ਨਹੀਂ ਵੀ ਲੈਂਦੇ ਉਹਨਾਂ ਨੂੰ ਵੀ ਜੀ। ਨਹੀਂ ਬਹੁਤ ਵਧੀਆ ਬਾਈ, ਜਿਹੜਾ ਤੁਸੀਂ ਦੱਸ ਰਹੇ ਹੋ ਉਹ ਵੀ ਬੜੀ ਵਧੀਆ ਗੱਲ ਹੈ। ਜੀ ਜੀ ਜੀ। ਇੱਕ ਬਾਈ ਇਹਦੇ 'ਚ ਜ਼ਿਆਦਾਤਰ ਜਿਹੜੇ ਗੰਡੋਏ ਹੈਗੇ ਆ ਉਹ ਤਾਪਮਾਨ ਘੱਟ ਭਾਲਦੇ ਆ, ਹਨਾ? ਹਾਂ ਹਾਂ। ਤੇ ਗਰਮੀਆਂ ਦੇ ਵਿੱਚ ਫਿਰ ਜਿਵੇਂ ਤੁਸੀਂ ਖੁੱਲੇ 'ਚ ਕੀਤਾ ਹੋਇਆ, ਇਹਦਾ ਬੰਦੋਬਸਤ ਕਿਵੇਂ ਕੀਤਾ ਜਾਂਦਾ? ਨਹੀਂ, ਇਹਦੇ ਵਿੱਚ ਦੇਖੋ ਜੀ, ਗਰਮੀਆਂ ਦੇ ਵਿੱਚ ਜਦੋਂ ਹੁੰਦਾ ਨਾ, ਇਹ ਜਿਹੜਾ ਗੰਡੋਆ ਹੈਗਾ ਵੈਸੇ ਤਾਂ 0 ਤੋਂ ਲੈ ਕੇ 50 ਡਿਗਰੀ ਦੇ ਤਾਪਮਾਨ 'ਚ ਸਰਵਾਈਵ ਕਰ ਜਾਂਦਾ, ਪਰ ਇਹਦੀ ਆਪਟੀਮਮ ਜਿਹੜਾ ਇੱਕ ਵਰਕ ਕਰੇਗਾ ਉਹ ਤਕਰੀਬਨ ਤੁਸੀਂ ਲਗਾਓ 10 ਤੋਂ ਲੈ ਕੇ 35 ਡਿਗਰੀ ਦੇ ਵਿੱਚ ਕਰੇਗਾ। ਹੁਣ ਜਦੋਂ ਤਾਪਮਾਨ ਵੱਧਦਾ ਤਾਂ ਸਾਨੂੰ, ਜਿਵੇਂ ਅਸੀਂ ਇਹਦੇ ਤੇ ਆਹ ਬੈੱਡ ਦੇਖੋਗੇ ਤੁਸੀਂ, ਇਹਦੇ ਤੇ ਪ੍ਰੋਪਰ ਅਸੀਂ ਪਰਾਲੀ ਪਾ ਕੇ ਰੱਖੀ ਹੋਈ ਆ। ਇਹਨੂੰ ਸਾਨੂੰ ਪਰਾਲੀ ਪਾ ਕੇ ਜਿਹੜੀ ਹੈਗੀ ਆ ਗੰਡੋਏ ਨੂੰ ਰੱਖਣਾ ਪੈਂਦਾ, ਤਾਂ ਕਿ ਉਹਦੇ ਜਦੋਂ ਅਸੀਂ ਪਰਾਲੀ ਦੇ ਉੱਤੇ ਪਾਣੀ ਪਾਉਂਦੇ ਆ ਤਾਂ ਕਿ ਅੰਦਰ ਦਾ ਤਾਪਮਾਨ ਮੇਨਟੇਨ ਰਹੇ। ਦੂਜਾ ਜਿਹੜਾ ਗੰਡੋਆ ਹੈਗਾ ਉਹ ਨਾ ਫੋਟੋ ਸੈਂਸਿਟਿਵ ਆ, ਉਹਦੇ ਵਿੱਚ ਕੀ ਹੈ ਕਿ ਜਦੋਂ ਰੋਸ਼ਨੀ ਚਾਹੁੰਦਾ ਤਾਂ ਉਹਨੂੰ ਥੋੜਾ ਅਨਕੰਫਰਟੇਬਲ ਮਹਿਸੂਸ ਕਰਦੀ ਹੈ, ਰੋਸ਼ਨੀ ਤੋਂ ਅਲਰਜੀ ਆ, ਤੇ ਇਸ ਕਰਕੇ ਵੀ ਸਾਨੂੰ ਇਹਨਾਂ ਨੂੰ ਢੱਕ ਕੇ ਰੱਖਣਾ ਪੈਂਦਾ ਹੈਗਾ। ਜਿਹੜੇ ਬੈੱਡ ਹੈਗੇ ਨੇ ਇਹ ਦੋਨੋਂ ਹੀ ਕੰਮ ਕਰਦੀ ਹੈ ਜੀ। ਪਰਾਲੀ ਸਾਡਾ ਉਹਨਾਂ ਨੂੰ ਹਨੇਰਾ ਦੇਣ ਦਾ ਵੀ ਕੰਮ ਕਰਦੀ ਹੈ, ਤੇ ਜਿਹੜੀ ਪਰਾਲੀ ਹੈਗੀ ਉਹਨਾਂ ਨੂੰ ਬਾਕੀ ਉਹ ਮੋਇਸਚਰ ਮੇਨਟੇਨ ਦਾ ਵੀ ਕੰਮ ਕਰਦੀ ਹੈ। ਤੇ ਇਹਦੇ 'ਚ ਬਾਈ ਗਰਮੀਆਂ ਦੇ ਵਿੱਚ ਗੰਡੋਏ ਘਟ ਜਾਂਦੇ ਆ? ਗਰਮੀਆਂ ਦੇ ਵਿੱਚ ਜੀ ਥੋੜਾ ਜਿਹਾ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ, ਪਾਣੀ ਪੂਣੀ ਦਾ ਧਿਆਨ ਰੱਖਣਾ ਪੈਂਦਾ। ਪ੍ਰੋਡਕਸ਼ਨ ਜਿਹੜੀ ਹੈਗੀ ਹੈ ਤੁਹਾਡੀ, ਜਦੋਂ ਐਕਸਟ੍ਰੀਮ ਗਰਮੀ ਹੁੰਦੀ ਉਹ ਥੋੜਾ ਜਿਹਾ ਫਰਕ ਪੈਂਦਾ, ਬਟ ਤੁਹਾਨੂੰ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਪਰ ਜੇਕਰ ਕੋਈ ਕਿਸਾਨ ਇਹਨੂੰ ਛੋਟੇ ਲੈਵਲ ਤੇ ਕਰਨਾ ਚਾਹੁੰਦਾ, ਜੇ ਇਹਦੇ ਉੱਪਰ ਸ਼ੈੱਡ ਜਾਂ ਗ੍ਰੀਨ ਸ਼ੈੱਡ ਥੋੜਾ ਜਿਹਾ ਪਾ ਲਵੇ, ਜਾਂ ਤੱਪੜ ਦਾ ਹੀ ਥੋੜਾ ਜਿਹਾ ਕੁਝ ਆਪਣਾ ਸਰਕੰਡੇ ਦਾ ਵਗੈਰਾ ਪਾ ਲਵੇ ਤਾਂ ਬੈਟਰ ਹੈ ਜੀ। ਪਰ ਜੇਕਰ ਤੁਸੀਂ ਵੱਡੇ ਕਮਰਸ਼ੀਅਲ ਸਕੇਲ ਤੇ ਕਰਦੇ ਹੋ ਤਾਂ ਪੋਸੀਬਿਲਿਟੀ ਨਹੀਂ ਹੈਗੀ। ਜੇ ਤੁਸੀਂ ਕਰ ਲਓਗੇ, ਹਵਾ ਆਈ ਤੁਹਾਡਾ ਉੱਡ ਗਿਆ, ਫਿਰ ਉਹ ਤੁਸੀਂ ਉਸੇ ਚੀਜ਼ਾਂ ਚ ਇੱਕ ਇਨਵੈਸਟਮੈਂਟ ਵੀ ਵਧ ਜਾਂਦੀ ਹੈ। ਇਨਵੈਸਟਮੈਂਟ ਵੀ ਵਧ ਜਾਂਦੀ ਹੈ ਤੁਹਾਡੀ, ਇਹ ਵੀ ਮੇਨ ਕਾਰਨ ਹੈਗਾ ਜੀ। ਤੇ ਫਿਰ ਤੁਸੀਂ ਇਹਦੇ ਤੇ ਪਾਣੀ ਦਾ ਛਿੜਕਾਅ, ਜਿਵੇਂ ਆ ਮੋਟਰ ਲਾਈ ਹੋਈ ਇੱਥੇ ਪੈਪ? ਹਾਂਜੀ ਮੋਟਰ ਲਾਈ ਹੈ ਜੀ, ਪਾਣੀ ਦਾ ਛਿੜਕਾਅ ਕਰੀ ਜਾਈਦਾ ਜੀ। ਜਿਵੇਂ ਮੰਨ ਲਓ ਜੇ ਹਰ ਬੈੱਡ ਦੀ ਸਟੇਜ ਦਾ ਆਪਣਾ ਹੁੰਦਾ ਜੀ, ਕਿਸੇ 'ਚ ਘੱਟ ਪਾਣੀ ਲੱਗਣਾ ਜੀ, ਕਿਸੇ 'ਚ ਜ਼ਿਆਦਾ ਪਾਣੀ ਲੱਗਣਾ। ਹੁਣ ਜਿਵੇਂ ਇਹਦੇ ਵਿੱਚ ਅਸੀਂ ਹਜੇ ਗੰਡੋਆ ਪਾਉਣਾ ਜੀ, ਠੀਕ ਹੈ, ਇਹਦੇ 'ਚ ਗੰਡੋਆ ਪਾਇਆ ਹੋਇਆ ਹੈ,
ਠੀਕ ਹੈ ਜੀ। ਉਹਦੇ ਵਿੱਚ ਗੰਡੋਆ ਪਾਇਆ ਹੋਇਆ, ਉਹ ਢੱਕਿਆ ਇਸ ਕਰਕੇ ਨਹੀਂ ਕਿਉਂਕਿ ਉਹ ਸਖਤ ਹੋ ਗਿਆ ਸੀ, ਉਹਨੂੰ ਅਸੀਂ ਥੋੜਾ ਜਿਹਾ ਉਹਨੂੰ ਲੂਜ਼ ਕੀਤਾ ਜੀ ਪੰਜਾ ਮਾਰ ਕੇ। ਤੋਂ ਇਸ ਤਰ੍ਹਾਂ ਹਰ ਸਟੇਜ ਦਾ ਬੈੱਡ ਹੈ ਜੀ, ਹਰ ਸਟੇਜ ਦੀ ਬੈੱਡ ਦੀ ਆਪਣੀ ਕਹਾਣੀ ਹੈ ਜੀ। ਉਹ ਰਜਿਸਟਰ 'ਚ ਲਿਖਿਆ ਜਾਂਦਾ ਵੀ ਕਿਹੜਾ ਬੈੱਡ ਕਦੋਂ ਬਣਿਆ ਸੀ, ਉਹਦੀ ਕੀ ਸਟੇਜ ਹੈ, ਉਹ 'ਚ ਗੰਡੋਏ ਦੀ ਕੀ ਪੋਜੀਸ਼ਨ ਹੈ, ਉਹ ਸਾਰਾ ਕੁਝ ਲਿਖਿਆ ਜਾਂਦਾ ਜੀ। ਸਹੀ ਹੈ ਸਹੀ ਹੈ। ਤੇ ਇਹਦੇ ਨਾਲ ਤਾਂ ਬਾਈ ਇੱਕ ਉਹੀ ਨਾਲੇ ਚੋਪੜੀਆਂ ਨਾਲੇ ਦੋ ਵਾਲੀ ਗੱਲ ਹੋ ਗਈ। ਇੱਕ ਤਾਂ ਤੁਸੀਂ ਵਰਮੀ ਕੰਪੋਸਟ ਤਿਆਰ ਕਰ ਰਹੇ ਹੋ, ਇੱਕ ਆ ਪਰਾਲੀ ਵੀ ਸਾਂਭ ਰਹੀ ਹੈ। ਹਾਂਜੀ, ਪਰਾਲੀ ਦਾ ਜੀ ਅਸੀਂ ਹੁਣ ਤੁਸੀਂ ਮੰਨੋਗੇ ਨਹੀਂ, ਸਾਨੂੰ ਤਾਂ ਇੱਥੇ ਪਰਾਲੀ ਕਿਉਂਕਿ ਜਿਨ੍ਹਾਂ ਦੀ ਸਾਡੇ ਕੋਲ ਜ਼ਮੀਨ ਸਰਦਾਰ ਜੀ ਦੀ ਨਾਰਮਲੀ ਤਾਂ ਅਸੀਂ ਉਹਨਾਂ ਦੇ ਧਾਨ ਵਗੈਰਾ ਤੋਂ ਪਰਾਲੀ ਇਕੱਠੇ, ਪਰ ਸਾਨੂੰ ਪਰਾਲੀ ਜਿਹੜੀ ਹੈਗੀ ਉਹ ਘੱਟ ਪੈ ਜਾਂਦੀ ਹੈ, ਸਾਨੂੰ ਤਾਂ ਪਰਾਲੀ ਖਰੀਦਣੀ ਪੈਂਦੀ ਹੈ ਉਲਟਾ। ਪਰ ਮੈਂ ਕਹਿੰਦਾ ਜਿਹੜੇ ਜ਼ਿਮੀਂਦਾਰਾਂ ਕੋਲ ਪਰਾਲੀ ਹੈਗੀ, ਗੋਹਾ ਹੈਗਾ, ਜਗ੍ਹਾ ਹੈਗੀ, ਉਹ ਤਾਂ ਆਪ ਆਪਣੀ ਬਣਾਓ ਤੇ ਤੁਸੀਂ ਵੇਚਣ ਵਾਲੇ ਪਾਸੇ ਨਾ ਜਾਓ। ਤੁਸੀਂ ਪਹਿਲਾਂ ਆਪ ਟਰਾਈ ਕਰਕੇ ਦੇਖੋ ਆਪਣੀ ਜਿਹੜੀ ਦੇਖੋ ਕਿਹੜਾ ਕਿਸੇ ਤੋਂ ਲੈ ਕੇ ਆਉਣਾ ਕੁਝ। ਆਪਾਂ ਦੇਖੋ ਹਰ ਕਿਸਾਨ ਜੀ ਆਪਣੇ ਲਈ ਜਿਹੜਾ 5-7-10 ਕਿੱਲੇ ਦਾ ਮਾਲਕ ਹੈ, ਅੱਧਾ ਕਿੱਲਾ ਆਪਣੇ ਲਈ ਕਣਕ ਝੋਨਾ ਆਪਣੇ ਲਈ ਸਬਜ਼ੀਆਂ ਜ਼ਰੂਰ ਉਗਾਉਂਦਾ। ਕਦੇ ਵੀ ਕਿਸਾਨ ਬਹੁਤ ਘੱਟ ਕਿਸਾਨ ਹੋਊਗਾ ਵੀ ਜਿਹੜਾ ਜਾਊਗਾ ਬਾਜ਼ਾਰ ਦੇ ਵਿੱਚ ਤੇ ਆਪਣੀ ਸਬਜ਼ੀਆਂ ਜਾਂ ਕਣਕ ਜਾਂ ਆਟਾ ਲੈ ਕੇ ਆਊਗਾ। ਉਹਨੂੰ ਪਤਾ ਕਿ ਮੈਂ ਕੈਮੀਕਲ ਪੈਂਦੇ ਨੇ, ਅੱਧਾ ਕਿੱਲਾ ਪੌਣਾ ਕਿੱਲਾ ਆਪਣੇ ਹਿਸਾਬ ਦੇ ਨਾਲ ਉਹ ਬਿਨਾਂ ਕੈਮੀਕਲ ਤੋਂ ਉਗਾਉਂਦਾ। ਉਹ ਪਹਿਲਾਂ ਇਹਦੇ ਤੇ ਆਪਣਾ ਤਜਰਬਾ ਕਰਕੇ ਦੇਖ ਲੇ, ਉਹਦਾ ਕੌਨਫੀਡੈਂਸ ਬੂਸਟ ਹੋਊਗਾ ਜੀ। ਉਹਨੂੰ ਕਿਤੋਂ ਖਰੀਦਣ ਦੀ ਲੋੜ ਨਹੀਂ। ਤੁਸੀਂ ਆਪਣਾ ਹੀ ਗੋਹਾ, ਉਹੀ ਪਿੰਡ ਵਾਲਾ ਗੋਹਾ ਜਿਹੜਾ ਹੈਗਾ, ਉਹਨਾਂ ਨੂੰ ਜੇਕਰ ਤੁਹਾਡੇ ਕੋਲ ਡੰਗਰ ਨਹੀਂ ਹੈਗਾ, ਪਿੰਡ ਵਾਲਿਆਂ ਨੂੰ ਕਹੋ ਭਾਈ ਮੇਰੇ ਖੇਤ ਦੇ ਵਿੱਚ ਸਿੱਟਿਆ ਹੋਵੇ ਗੋਹਾ, ਠੀਕ ਹੈ, ਤੇ ਉੱਥੇ ਤੁਸੀਂ ਗੋਹੇ ਤੋਂ ਬਣਾ ਲਓ ਜੀ। ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਹੈਗੀ, ਬਟ ਥੋੜਾ ਜਿਹਾ ਹਾਂ, ਜੇਕਰ ਇਹਨੂੰ ਕਮਰਸ਼ੀਅਲੀ ਤੁਸੀਂ ਕਰਨਾ ਤਾਂ ਥੋੜਾ ਜਿਹਾ ਤੁਹਾਨੂੰ ਸੈਟਅਪ ਸਿੱਖ ਕੇ ਥੋੜਾ ਜਿਹਾ ਸੈਟਅਪ ਬਣਾਉਣਾ ਪਏਗਾ ਜੀ। ਤੇ ਇਹਦੇ 'ਚ ਬਾਈ ਆਪਣਾ ਕੀ ਐਸਟੀਮੇਟਡ ਜੇ ਕੋਈ ਕਿਸਾਨ ਮਤਲਬ ਕਰਨਾ ਚਾਹੁੰਦਾ ਤਾਂ ਕਿੰਨੀ ਕੁ ਇਹਦਾ ਮਿਲ ਜਾਂਦਾ ਕਿਲੋ ਦੇ ਹਿਸਾਬ ਨਾਲ ਪੈਸੇ? ਸਰ ਇਹਦੇ ਵਿੱਚ ਦੇਖੋ, ਜੇਕਰ ਤਾਂ ਆਪਾਂ ਕਮਰਸ਼ੀਅਲੀ ਇਹਨੂੰ ਕਰਨਾ ਹੈ, ਹੁਣ ਕਮਰਸ਼ੀਅਲੀ ਵੀ ਦੋ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ। ਇੱਕ ਤਾਂ ਇਹ ਹੈਗਾ ਕਿ ਆਪਾਂ ਅਰਬਨ ਗਾਰਡਨਿੰਗ 'ਚ ਆਪਾਂ ਕਰਨਾ, ਜਿਹੜੇ ਲੋਕੀ ਕਿਚਨ ਗਾਰਡਨਿੰਗ ਕਰਦੇ ਸ਼ਹਿਰਾਂ 'ਚ ਰੂਫ ਟਾਪ ਦੇ ਉੱਤੇ ਉਹਨਾਂ ਨੇ ਆਪਣਾ ਸਬਜ਼ੀਆਂ ਉਗਾਈਆਂ ਹੋਈਆਂ ਨੇ, ਫਲ ਪੌਦੇ ਉਗਾਏ ਨੇ ਜਾਂ ਨਰਸਰੀਜ਼ ਦੇ ਵਿੱਚ, ਉਹੀ ਤਾਂ ਆਪਾਂ ਨੂੰ 4 ਪੈਸੇ ਜ਼ਿਆਦਾ ਮਿਲ ਜਾਂਦੇ ਨੇ। ਉਹਦੇ ਵਿੱਚ ਤੁਸੀਂ ਤਕਰੀਬਨ ਲਾ ਲਓ ਕਿ 10 12 15 20 ਰੁਪਏ ਕਿਲੋ ਤੱਕ ਵੀ ਸਾਡੀ ਜਿਹੜੀ ਹੈਗੀ ਹੈ ਇਹ ਵਿਕ ਜਾਂਦੀ ਹੈ। ਪਰ ਜੇਕਰ ਤੁਸੀਂ ਹੋਲਸੇਲ ਕਰਨੀ ਹੈ, ਕਿਸਾਨਾਂ ਨੂੰ ਗਾਹਾਂ ਵੇਚਣੀ ਹੈ, ਹੁਣ ਕਿਸਾਨ ਕਿਹੜੇ ਨੂੰ ਵੇਚੋਗੇ ਤੁਸੀਂ? ਕਿਸਾਨ ਕਿਹਨੂੰ ਵੇਚ ਸਕਦੇ ਹੋ? ਤੁਸੀਂ ਵੇਚ ਸਕਦੇ ਹੋ ਕਿਸਾਨ ਨੂੰ ਜਿਹੜਾ ਬੰਦਾ ਜੈਵਿਕ ਖੇਤੀ ਕਰਦਾ ਜੀ, ਠੀਕ ਹੈ ਜੀ। ਜਾਂ ਤੁਸੀਂ ਉਹਨਾਂ ਕਿਸਾਨਾਂ ਨੂੰ ਜਿਹੜਾ ਹੈਗਾ ਮੋਟੀਵੇਟ ਕਰ ਸਕਦੇ ਹੋ ਭਾਈ ਜਿਹਨਾਂ ਕੋਲ 10-15 ਕਿੱਲੇ ਹੈਗੇ, ਯਾਰ 1 ਕਿੱਲਾ ਤੂੰ ਆਪਣੇ ਲਈ ਆ ਮੇਰੀ ਲੈ ਜਾ ਤੇ ਪਾ ਤੇ ਲਗਾ, ਠੀਕ ਹੈ ਜੀ। ਉੱਥੇ ਜਿਹੜਾ ਹੈਗਾ ਤਕਰੀਬਨ ਉੱਥੇ ਤੁਸੀਂ ਇਹ ਲੈ ਕੇ ਚੱਲੋ ਕਿ ਵੀ ਉੱਥੇ ਤਕਰੀਬਨ ਆਪਾਂ ਨੂੰ ਇਹ 7-8 ਰੁਪਏ ਤੱਕ ਜਿਹੜੀ ਹੈਗੀ ਆਰਾਮ ਨਾਲ ਤੁਹਾਡੀ ਵਿਕ ਜਾਂਦੀ ਹੈ ਜੀ, ਬੜੇ ਆਰਾਮ ਨਾਲ ਵਿਕ ਜਾਂਦੀ ਹੈ। ਮਤਲਬ ਉਹ ਵੀ ਪ੍ਰੋਫਿਟੇਬਲ ਹੈ, ਬਹੁਤ ਪ੍ਰੋਫਿਟੇਬਲ ਹੈ ਜੀ। ਇਹਦੀ ਜਿਹੜੀ ਕਾਸਟ ਹੈਗੀ ਮੇਰੇ ਹਿਸਾਬ ਨਾਲ 3 ਰੁਪਏ ਤੋਂ ਵੱਧ ਇਹਦੀ ਕਾਸਟ ਨਹੀਂ ਹੈਗੀ ਬਣਾਉਣ ਦੀ, ਉਹ ਵੀ ਤਾਂ ਜੇਕਰ ਤੁਸੀਂ ਗੋਹਾ ਮੁੱਲ ਲੈਂਦੇ ਹੋ। ਜੇਕਰ ਤੁਹਾਡਾ ਗੋਹਾ ਘਰ ਦਾ ਫਿਰ ਤੁਸੀਂ ਲਾ ਲਓ ਤੁਹਾਡੀ ਕਾਸਟ ਕੀ ਹੈ, ਇੰਨਾ ਵੈਲਿਊ ਐਡੀਸ਼ਨ ਹੈ ਇਹਦੇ ਵਿੱਚ। ਨਹੀਂ ਸਹੀ ਗੱਲ ਹੈ ਜੀ ਜੀ ਜੀ। ਆ ਮੈਂ ਦੇਖਿਆ ਸੀ ਮਿੱਟੀ ਹੈ, ਤੁਸੀਂ ਮਿੱਟੀ ਵੀ ਤਿਆਰ ਕਰਦੇ ਹੋ। ਇਹ ਮਿੱਟੀ ਦਾ ਕੀ ਗੱਲਬਾਤ ਹੈ ਇਹਦੇ 'ਚ? ਇਹ ਜੀ ਮਿੱਟੀ ਹੈਗੀ ਹੈ, ਦੇਖੋ ਹੁਣ ਸਾਡਾ ਜਿਵੇਂ ਤੁਹਾਨੂੰ ਮੈਂ ਦੱਸਿਆ ਆਨਲਾਈਨ ਜਦੋਂ ਅਸੀਂ ਆਪਣੀ ਵੇਚਣੀ ਸ਼ੁਰੂ ਕੀਤੀ, ਖਾਦ ਵੇਚਣੀ ਸ਼ੁਰੂ ਕੀਤੀ, ਸਾਡੇ ਕੋਲ ਲੋਕਾਂ ਨੇ ਕਿਹਾ ਕਿ ਜੀ ਸਾਨੂੰ ਮਿੱਟੀ ਦਿਓ। ਮੈਂ ਵੀ ਬੜਾ ਹੈਰਾਨ ਸੀਗਾ ਕਿ ਯਾਰ ਮਿੱਟੀ ਲੋਕੀ ਕਿਉਂ ਮੰਗ ਰਹੇ ਆ। ਉਹ ਮਿੱਟੀ ਇਸ ਲਈ ਮੰਗਦੇ ਸੀਗੇ ਕਿਉਂਕਿ ਜਦੋਂ ਅਸੀਂ ਬੰਗਲੌਰ ਦੀ ਗੱਲ ਕਰੀਏ, ਹੈਦਰਾਬਾਦ ਦੀ ਗੱਲ ਕਰੀਏ, ਬੰਬੇ ਦਿੱਲੀ ਦੀ ਗੱਲ ਕਰੀਏ, ਉੱਥੇ ਵਧੀਆ ਨਰਸਰੀਜ਼ ਨੇ ਜੀ, ਬੜੀਆਂ 5 ਸਟਾਰ ਨਰਸਰੀ, ਬੜੇ ਐਕਸਪੈਂਸਿਵ ਉੱਥੇ ਪਲਾਂਟਸ ਮਿਲ ਜਾਂਦੇ ਨੇ, ਪਰ ਉੱਥੇ ਗਮਲਿਆਂ ਵਾਲੀ ਮਿੱਟੀ ਨਹੀਂ ਮਿਲਦੀ ਜੀ ਕਿਉਂਕਿ ਆਸ-ਪਾਸ ਕੋਈ ਖੇਤ ਹੀ ਹੈ ਨਹੀਂ ਜੀ, ਠੀਕ ਹੈ। ਫਿਰ ਅਸੀਂ ਇਹ ਰੈਡੀਮੇਡ ਜਿਹੜੀ ਗਮਲਿਆਂ ਦੀ ਮਿੱਟੀ ਅਸੀਂ ਤਿਆਰ ਕਰਦੇ ਹਾਂ, ਇਹਨੂੰ ਜਿਵੇਂ ਪੋਟਿੰਗ ਮਿਕਸ ਕਹਿੰਦੇ ਆ ਆਪਾਂ। ਇਹਦੇ ਵਿੱਚ ਕਈ ਤਰ੍ਹਾਂ ਦੇ ਇਨਗਰੀਡੀਐਂਟਸ ਹੁੰਦੇ ਨੇ, ਮੇਨ ਇਨਗਰੀਡੀਐਂਟਸ ਇਹਦੇ ਵਿੱਚ ਮਿੱਟੀ ਔਰ ਵਰਮੀ ਕੰਪੋਸਟ ਜਿਹੜੀ ਸਾਡੀ ਗੰਡੋਆ ਖਾਦ ਆ ਉਹ ਹੁੰਦਾ ਜੀ, ਕਾਊ ਡੰਗ ਮਨਿਓਰ ਇਹਦੇ ਵਿੱਚ ਹੁੰਦੀ ਹੈ ਜੀ, ਹੋਰ ਤੁਸੀਂ ਲਗਾ ਲਓ ਨੀਮ ਖਲੀ ਪਾਉਂਦੇ ਆ ਜੀ ਅਸੀਂ, ਪਰਲਾਈਟ ਹੋ ਗਿਆ ਜੀ, ਪਰਲਾਈਟ ਤੋਂ ਬਾਅਦ ਤੁਹਾਡਾ ਸਰੋਂ ਦੀ ਖੱਲ ਜਿਹੜੀ ਹੁੰਦੀ ਆ ਉਹ ਪੈ ਜਾਂਦੀ ਹੈ ਜੀ, ਬੋਨ ਮੀਲ ਪੈ ਜਾਂਦਾ ਜੀ। ਬੋਨ ਮੀਲ ਜਿਹੜਾ ਹੈਗਾ ਫਲਾਵਰਿੰਗ ਲਈ ਔਰ ਉਹਦੇ ਲਈ ਬਹੁਤ ਵਧੀਆ ਰਹਿੰਦਾ। ਤਾਂ ਇਸ ਤਰ੍ਹਾਂ ਅਸੀਂ ਮਿੱਟੀ ਵੀ ਤਿਆਰ ਕਰਕੇ ਆਨਲਾਈਨ ਆਪਾਂ ਜਿਹੜੀ ਹੈਗੀ ਆ ਉਹ ਸਿੱਧੀ ਜਿਹੜੇ ਗਾਰਡਨਿੰਗ ਲਵਿੰਗ ਲੋਕ ਹੈਗੇ ਨੇ ਆਪਣੇ ਵੱਡੇ ਸ਼ਹਿਰਾਂ 'ਚ ਉਹਨਾਂ ਨੂੰ ਪਹੁੰਚਾਉਂਦੇ ਆ। ਕੀ ਬਾਤ ਹੈ ਬਈ। ਇਹਦੇ 'ਚ ਉਹ ਕਰਨ ਤੋਂ ਬਾਅਦ ਤੁਸੀਂ ਫਿਰ ਇਹਨੂੰ ਆਹ ਮਸ਼ੀਨ ਨਾਲ ਛਾਣਦੇ ਹੋ? ਹਾਂਜੀ, ਇਹ ਮਸ਼ੀਨ ਲੱਗੀ ਹੈ ਜੀ। ਜਦੋਂ ਆਪਾਂ ਉਤਾਰ ਲੈਂਦੇ ਆ, ਦੇਖੋ ਹੁਣ ਜਿਵੇਂ ਉਹ ਉਧਰ ਪਈ ਹੈ ਜੀ, ਉਹ ਸਾਡੀ ਉਤਰੀ ਪਈ ਹੈ ਜੀ, ਉਹਨੂੰ ਆਪਾਂ ਇਹ ਮਸ਼ੀਨ ਦੇ ਉੱਤੇ ਛਾਣ ਲੈਂਦੇ ਆ ਜੀ। ਛਾਣ ਕੇ ਫਿਰ ਇਹਦੀ ਦੁਬਾਰਾ ਪੈਕਿੰਗ ਹੁੰਦੀ ਹੈ ਜੀ। ਪਹਿਲਾਂ ਮੋਇਸਚਰ ਚੈੱਕ ਕੀਤਾ ਜਾਂਦਾ ਕਿਉਂਕਿ ਜਿਹੜੀ ਵਰਮੀ ਕੰਪੋਸਟ ਹੈ ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 20 ਤੋਂ 25% ਮੋਇਸਚਰ ਚਾਹੀਦਾ ਸਾਨੂੰ। ਅੱਜ ਕੱਲ੍ਹ ਇਹਦੇ 'ਚ ਡੁਪਲੀਕੇਸੀ ਬਹੁਤ ਆ ਗਈ ਜੀ ਵਰਮੀ ਕੰਪੋਸਟ। ਲੋਕੀ ਜਿਹੜਾ ਗੋਹਾ ਉਹਨੂੰ ਸੁਕਾ ਕੇ ਵਰਮੀ ਕੰਪੋਸਟ ਕਹਿ ਕੇ ਵੇਚ ਰਹੇ ਨੇ। ਨਹੀਂ, ਤੁਸੀਂ ਤਾਂ ਗੋਹੇ ਦੀ ਗੱਲ ਕਰਦੇ ਹੋ, ਮੈਂ ਤਾਂ ਇੱਕ ਜਗ੍ਹਾ ਇਹ ਦੇਖਿਆ ਵੀ ਜਿਹੜਾ ਪਿੰਡਾਂ ਦੇ ਵਿੱਚ ਨਾਲੀਆਂ ਨਹੀਂ ਹੁੰਦੀਆਂ, ਬਿਲਕੁਲ ਨਾਲੀਆਂ ਦੇ ਵਿੱਚ ਉਹ ਕਾਲਾ ਜਿਹਾ ਨਿਕਲਦਾ, ਉਹ ਬਾਹਰ ਕੱਢਦੇ ਆ, ਸੁੱਕ ਜਾਂਦਾ, ਉਹਨੂੰ ਲੋਕ ਵਰਮੀ। ਮੈਂ ਤੁਹਾਨੂੰ ਦੱਸਦਾ ਜੀ, ਤੁਸੀਂ ਮੰਨੋਗੇ ਨਹੀਂ, ਜਿਸ ਰੇਟ ਦੇ ਵਿੱਚ ਸਾਡੀ ਪ੍ਰੋਡਕਸ਼ਨ ਆਉਂਦੀ, ਜਿਵੇਂ ਤੁਹਾਨੂੰ ਦੱਸਿਆ 3-4 ਰੁਪਏ ਕਿਲੋ ਜੇ ਸਾਡੀ ਪ੍ਰੋਡਕਸ਼ਨ ਆਉਂਦੀ ਆ, ਤਾਂ ਲੋਕੀ 3 ਰੁਪਏ 4 ਰੁਪਏ ਦੇ ਵਿੱਚ ਹੋਲਸੇਲ ਦੇ ਵਿੱਚ ਜਿਹੜੇ ਹੈਗੇ ਉਹ ਵੇਚ ਰਹੇ ਨੇ ਅੱਗੇ। ਹੁਣ ਜੇ 3-4 ਰੁਪਏ 'ਚ ਕੋਈ ਵੇਚ ਰਿਹਾ ਤਾਂ ਮਤਲਬ ਕੀ ਵੇਚ ਰਿਹਾ ਹੋਣਾ ਤੁਹਾਨੂੰ ਪਤਾ ਹੀ ਹੈ। ਉਹਦੇ ਨਾਲ ਮਾਰਕੀਟ ਵੀ ਖਰਾਬ ਹੁੰਦੀ ਹੈ ਬਈ। ਮਾਰਕੀਟ ਪੂਰੀ ਤਰ੍ਹਾਂ ਖਰਾਬ ਹੁੰਦੀ ਹੈ ਜੀ। ਹੁਣ ਜੇ ਅਸੀਂ ਕਸਟਮਰ ਨੂੰ ਸਮਝਾਉਂਦੇ ਆ
ਵੀ ਸਾਡੀ ਹੋਲਸੇਲ 'ਚ 8 ਰੁਪਏ ਦੀ, ਅਗਲਾ ਕਹਿੰਦਾ ਯਾਰ 8 ਰੁਪਏ ਦੀ ਤੇ ਫਲਾਣੀ ਜਗ੍ਹਾ ਤੋਂ ਤਾਂ 6 ਰੁਪਏ ਦੀ 5 ਰੁਪਏ ਦੀ ਮਿਲਦੀ ਪਈ ਹੈ ਜੀ, ਬਹੁਤ ਥੋੜਾ। ਪਰ ਇਹ ਹੈਗਾ ਕਿ ਜੋ ਤੁਹਾਡਾ ਪ੍ਰੋਡਕਟ ਦੇ ਵਿੱਚ ਜਾਨ ਹੈ, ਜੇ ਤੁਸੀਂ ਆਪਣੀ ਮਿਹਨਤ ਨਾਲ ਕੋਈ ਚੀਜ਼ ਬਣਾਈ ਹੈ, ਜਦੋਂ ਉਹਦਾ ਰਿਜ਼ਲਟ ਉਹ ਦੇਖੇਗਾ ਤਾਂ ਨੈਚੁਰਲੀ ਸਾਨੂੰ ਅੱਜ ਤੱਕ ਬਹੁਤ ਘੱਟ ਲੋਕਾਂ ਨੇ ਆ ਕੇ ਕਿਹਾ, ਜਿਹੜਾ ਸਾਡੇ ਕੋਲ ਰਿਪੀਟ ਕਸਟਮਰ ਹੀ ਬਹੁਤ ਹੈ ਜੀ, ਚਾਹੇ ਉਹ ਤੁਸੀਂ ਬਿਲਡਰ ਵਗੈਰਾ ਲਗਾ ਲਓ, ਕੋਲੋਨਾਈਜ਼ਰ ਲਗਾ ਲਓ, ਚਾਹੇ ਤੁਸੀਂ ਜਿੰਨੇ ਵੀ ਕਾਲਜ ਦੇ ਵਿੱਚ ਲੌਨਸ ਵਗੈਰਾ ਹੁੰਦੇ ਨੇ, ਰਿਜ਼ੋਰਟ 'ਚ ਲੌਨਸ ਵਗੈਰਾ ਹੁੰਦੇ, ਜਿਵੇਂ ਹੁਣ ਜਿੰਨੇ ਵੀ ਖਰੜ ਲਾਂਡਰਾ ਰੋਡ ਦੇ ਸਾਰੇ ਲੌਨਸ ਨੇ ਜੀ ਸਾਡੀ ਜਾਂਦੀ ਹੈ ਜੀ, ਜਿੰਨੇ ਵੀ ਆਸ-ਪਾਸ ਸਾਰੇ ਜਿੰਨੇ ਵੀ ਯੂਨੀਵਰਸਿਟੀਜ਼ ਕਾਲਜ ਜਿੰਨੇ ਵੀ ਸਾਰਾ ਹੈਗਾ ਜੀ ਸਾਡਾ ਹੀ ਜਿਹੜਾ ਮਾਲ ਹੈ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦੇ ਨੂੰ? ਮੈਂ 2020 ਦੇ ਵਿੱਚ ਜੀ, ਮੈਂ ਤੁਹਾਨੂੰ ਦੱਸਿਆ 2020 ਦੇ 3 ਸਾਲ ਤਕਰੀਬਨ ਮੈਨੂੰ ਹੋ ਗਿਆ ਜੀ। ਨਹੀਂ ਮਤਲਬ ਐਗਜ਼ੈਕਟਲੀ ਮੈਂ ਪੁੱਛਦਾ ਸੀ 3 ਸਾਲ ਹੋ ਗਏ ਜੀ। ਕਿਵੇਂ ਲੱਗ ਰਿਹਾ ਹੁਣ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ। ਸਭ ਤੋਂ ਵਧੀਆ ਲੱਗ ਰਿਹਾ ਕਿ ਅਸੀਂ ਕਿਸਾਨਾਂ ਨੂੰ ਕੋਈ ਗੁਣ ਸਿਖਾ ਪਾ ਰਹੇ ਹਾਂ। ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਜਿਹੜਾ ਉਹ ਅਸੀਂ ਖੋਲ੍ਹਿਆ ਹੈਗਾ। ਤੁਹਾਡੇ ਤੋਂ ਸਿੱਖ ਕੇ ਕਮਰਸ਼ੀਅਲੀ ਵੀ ਕਰਦੇ ਆ ਕਿਸਾਨ, ਜਾਂ ਫਿਰ ਉਹ ਆਪਦੇ ਲਈ ਵੀ ਕਰ ਲੈਂਦੇ ਆ ਮੈਡਮ? ਆਪਣੇ ਲਈ ਵੀ ਕਰ ਰਿਹਾ ਜੀ, ਕਮਰਸ਼ੀਅਲੀ ਵੀ ਕਰ ਰਿਹਾ। ਦੇਖੋ ਆਪਣੇ ਲਈ ਕਰ ਰਿਹਾ, ਅਸੀਂ ਕਿਸਾਨਾਂ ਨੂੰ ਦੱਸਦੇ ਹਾਂ ਕਿ ਭਾਈ ਬਾਗਬਾਨੀ ਵਿਭਾਗ ਦੇ ਵੱਲੋਂ ਇਹਦੇ ਵਿੱਚ ਤੁਹਾਨੂੰ ਉਹ ਵੀ ਹੈਗੀ ਹੈ, ਸਬਸਿਡੀ ਵੀ ਹੈਗੀ ਹੈ। ਤੁਸੀਂ ਜੇਕਰ ਕਰਨੀ ਆਪਣੇ ਬਾਗਬਾਨੀ ਵਿਭਾਗ ਅਫਸਰ ਦੇ ਨਾਲ ਸੰਪਰਕ ਕਰੋ ਤੇ ਤੁਸੀਂ ਆਪਣਾ ਸੈਟਅਪ ਲਗਾਓ ਜੀ। ਇੱਥੇ ਖਮਾਣੋ ਕੋਲ ਪਿੰਡ ਹੈ ਜੀ, ਮੁੰਡੇ ਨੇ ਕੀਤਾ ਜੀ ਬਾਗਬਾਨੀ ਵਿਭਾਗ ਤੋਂ ਸਬਸਿਡੀ ਲੈ ਕੇ ਬੜਾ ਵਧੀਆ ਕਰ ਰਿਹਾ ਜੀ। ਉਹ ਉਹਦੇ ਚ ਹੈਗੀ ਹੈ ਨਾ 50% ਮੇਰੇ ਹਿਸਾਬ ਨਾਲ? ਉਹ ਜੀ 50,000 ਦੀ ਸਬਸਿਡੀ ਹੈ ਜੀ। ਟੋਟਲ ਲੱਖ ਰੁਪਏ ਦੇ ਤੁਸੀਂ ਬਿੱਲ ਦੋਗੇ ਤਾਂ 50,000 ਉਹ ਤੁਹਾਨੂੰ ਦਿੰਦੇ ਆ, 50% ਦੀ ਸਬਸਿਡੀ ਹੈ ਜੀ। 50,000 ਦੇ ਵਿੱਚ ਤੁਹਾਡਾ ਇੱਕ ਠੀਕ ਠਾਕ ਜਿਹਾ ਸ਼ੈੱਡ ਪੈ ਜਾਂਦਾ ਜੀ, ਗੰਡੋਇਆਂ ਦਾ ਖਰਚਾ ਨਿਕਲ ਜਾਂਦਾ ਜੀ। ਉਹ ਮੁੰਡਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ, ਉਹ ਆਪਣਾ ਉਹਦੇ ਕੋਲ ਸਟੇਬਲ ਫਾਰਮ ਹੈ, ਮਤਲਬ ਘੋੜਿਆਂ ਦਾ ਫਾਰਮ ਹੈ ਜੀ। ਘੋੜਿਆਂ ਦੀ ਲਿੱਦ ਤੋਂ ਤਿਆਰ ਕਰਦਾ ਜੀ। ਅੱਛਾ ਹਾਂ, ਤੇ ਉਹ ਕਿਉਂਕਿ ਉਹ ਕਹਿੰਦਾ ਸੀ ਕਿ ਮੈਂ ਨਾ ਆਪਣੀ ਜਿਹੜੀ ਤਿਆਰ ਕਰਨੀ, ਜਿਹੜੇ ਘੋੜਿਆਂ ਨੂੰ ਖਿਲਾਣਾ ਚਾਰਾ, ਉਹ ਆਰਗੈਨਿਕ ਚਾਰਾ ਖਿਲਾਣਾ, ਮੈਂ ਸਪਰੇਅ ਵਾਲਾ ਚਾਰਾ ਨਹੀਂ ਖਿਲਾਉਣਾ ਵੀ ਉਹਦੇ ਵਿੱਚ ਅੱਗੇ ਜਾ ਕੇ ਫਰਟੀਲਿਟੀ ਦੇ ਇਸ਼ੂਜ਼ ਆਉਂਦੇ। ਕਿੱਡੀ ਘੈਂਟ ਹੈ ਨਾ ਇਹ, ਮਤਲਬ ਜੇਕਰ ਇਦਾਂ ਕੀਤਾ ਜਾਵੇ, ਇਹ ਸਾਈਕਲ ਬਣਾਇਆ ਜਾਵੇ ਵੀ ਜਿਵੇਂ ਪਸ਼ੂ ਰੱਖੇ ਹੋਏ ਕਿਸੇ ਨੇ, ਉਹਦਾ ਵਰਮੀ ਕੰਪੋਸਟ ਬਣਾ ਲੇ, ਇਹ ਹਰੇ ਚ ਪਾਵੇ ਤੇ ਹਰਾ ਉਹਨਾਂ ਨੂੰ ਖਵਾ ਦੇ। ਬਿਲਕੁਲ ਜੀ, ਬਿਲਕੁਲ। ਤੁਹਾਡਾ ਦੁੱਧ ਜਿਹੜਾ ਹੈਗਾ ਉਹ ਬਿਲਕੁਲ ਪੈਸਟੀਸਾਈਡ ਫ੍ਰੀ ਹੋ ਜਾਏਗਾ। ਸਮਝੋ ਨਾ, ਤੁਸੀਂ ਉਹਦੇ 4 ਪੈਸੇ ਵੱਧ ਲੈ ਸਕਦੇ ਹੋ ਮਾਰਕੀਟ ਦੇ ਵਿੱਚ, ਤੁਸੀਂ ਉਹਨੂੰ ਪ੍ਰੈਜ਼ੈਂਟ ਕਰ ਸਕਦੇ ਹੋ। ਇੱਕ ਗੱਲ ਮੈਂ ਤੁਹਾਡੇ ਨਾਲ ਜਿਹੜੀ ਪਹਿਲਾਂ ਵੀ ਕਰ ਰਿਹਾ ਸੀਗਾ, ਵੀ ਜਿਨ੍ਹਾਂ ਨੇ ਬਾਗਬਾਨੀ ਦਾ ਕੰਮ ਕਰਨਾ ਹੈ, ਜਾਂ ਜਿਵੇਂ ਫਲਾਂ ਦੇ ਬੂਟੇ ਲਾਉਣੇ ਆ, ਜਾਂ ਫਿਰ ਆਪਾਂ ਪਪੂਲਰ ਦੀ ਗੱਲ ਕਰ ਰਹੇ ਸੀ, ਜਾਂ ਕੁਝ ਹੋਰ ਆ, ਉਹਦੇ ਚ ਬਹੁਤ ਕਮਾਲ ਦਾ ਹੋਊਗਾ ਬਈ। ਛਾਂ ਚੜੀ ਦੇਖੋ ਮੇਰੀ ਸੁਣੋ ਗੱਲ, ਜਿਹਦਾ ਬੰਦੇ ਦਾ ਬਾਗ ਲੱਗਿਆ ਹੋਇਆ, ਦੇਖੋ ਅਮਰੂਦ ਦਾ, ਅੰਬ ਦਾ, ਉਹਨੂੰ ਪਹਿਲਾਂ ਤਾਂ ਜ਼ਮੀਨ ਐਕਸਟਰਾ ਦੀ ਲੋੜ ਨਹੀਂ, ਉਹਦੇ ਬਾਗ ਦੇ ਥੱਲੇ ਲੱਗ ਜਾਏਗੀ। ਜਿਵੇਂ ਅਸੀਂ ਇੱਥੇ ਖੁੱਲੇ ਦੇ ਵਿੱਚ ਕਰ ਰਹੇ ਹਾਂ, ਉੱਥੇ ਉਹਨੂੰ ਛਾਂ ਮਿਲ ਗਈ, ਛਾਂ ਦੇ ਵਿੱਚ ਇਹਦੀ ਹੋਰ ਵੀ ਪ੍ਰੋਸੈਸਿੰਗ ਜਿਹੜੀ ਹੈਗੀ ਤੇਜ਼ ਹੋ ਜਾਂਦੀ ਹੈ। ਟੈਂਪਰੇਚਰ ਘੱਟ ਰਹਿੰਦਾ, ਨਾਲੇ ਟੈਂਪਰੇਚਰ ਘੱਟ ਰਹਿੰਦਾ, ਪ੍ਰੋਸੈਸਿੰਗ ਵੀ ਤੇਜ਼ ਹੋ ਜਾਂਦੀ ਹੈ। ਬਾਕੀ ਜਿਹੜਾ ਗੰਡੋਆ ਹੈ ਨਾ, ਉਹਦੇ ਸਰੀਰ ਚੋਂ ਇੱਕ ਲਿਕੁਇਡ ਨਿਕਲਦਾ ਜਿਹਨੂੰ ਵਰਮੀ ਵਾਸ਼ ਕਹਿੰਦੇ ਆ। ਜਦੋਂ ਅਸੀਂ ਪਾਣੀ ਪਾਉਂਦੇ ਆ ਤਾਂ ਉਹ ਲਿਕੁਇਡ ਜਿਹੜਾ ਹੁਣ ਸਾਡਾ ਪ੍ਰੋਜੈਕਟ ਲੱਗਿਆ, ਉਹ ਨਾਲੀਆਂ ਦੇ ਵਿੱਚ ਵਹਿ ਜਾਂਦਾ। ਜਦੋਂ ਉੱਥੇ ਉਹ ਬਾਗ ਦੇ ਵਿੱਚ ਪਾਣਗੇ, ਉਹ ਲਿਕੁਇਡ ਜਿਹੜਾ ਹੈਗਾ ਉਹਨਾਂ ਦੇ ਫਲਾਂ ਨੂੰ, ਜਿਹੜੇ ਪੌਦੇ ਹੈਗੇ ਉਹਨਾਂ ਨੂੰ ਲੱਗੂਗਾ। ਤੇ ਇੱਕ ਤਾਂ ਉਹਨਾਂ ਦੀ ਚੋਖੀ ਉੱਥੇ ਵੀ ਆਮਦਨ ਹੋ ਗਈ, ਫਲਾਂ ਦੀ ਆਊਟਪੁੱਟ ਵੀ ਵੱਧ ਗਈ। ਦੂਜਾ ਉਹ ਬਣਾ ਕੇ ਅੱਗੇ ਵੀ ਵੇਚ ਸਕਦੇ ਆ। ਲੋਕੀ ਪਾਪੂਲਰ ਲਾ ਕੇ ਕਈ ਕਿੱਲੇ ਲੈ ਕੇ ਛੱਡ ਦਿੰਦੇ ਨੇ। ਕਈ ਵਾਰ ਜ਼ਮੀਨ 'ਚ ਇੰਨੀ ਉਪਜਾਊ ਸ਼ਕਤੀ ਨਹੀਂ ਹੁੰਦੀ ਕਿ ਬੰਦਾ ਕਹਿੰਦਾ ਪਾਪੂਲਰ ਲਾ ਲਓ ਜਾਂ ਵੈਸੇ ਜ਼ਮੀਨ ਪਈ ਆ, ਉੱਥੇ ਤੁਸੀਂ ਕਰ ਸਕਦੇ ਹੋ। 2 ਬੰਦੇ ਰੱਖੋ, ਇੱਕ ਕਮਰਾ ਪਾਓ ਤੇ ਉਹਨਾਂ ਕੋਲ ਜੀ ਆਸ-ਪਾਸ ਤੋਂ ਗੋਹਾ ਲਿਜਾ ਕੇ ਤੁਸੀਂ ਕਰ ਲਓ। ਕਿਉਂਕਿ ਜੇਕਰ ਤੁਸੀਂ ਵਧੀਆ ਪ੍ਰੋਡਕਟ ਬਣਾਓਗੇ, ਤੁਹਾਡਾ ਹੱਥੋਂ ਹੱਥ ਵਿਕ ਜਾਊਗਾ। ਸਹੀ ਗੱਲ ਹੈ। ਬਾਕੀ ਨਾਲ ਇਹ ਹੈ ਨਾ, ਇਹ ਜੇ ਕੋਈ ਬਾਗ ਬੂਗ ਚ ਕਰੂਗਾ, ਉਹਦੇ ਲਈ ਤਾਂ ਇਹ ਬੋਨਸ ਹੀ ਹੈ ਨੈਚੁਰਲੀ, ਉਹਦੇ ਲਈ ਤਾਂ ਐਕਸਟਰਾ ਕਮਾਈ ਹੈ ਜੀ। ਹਾਂ, ਉਹਦੇ ਲਈ ਤਾਂ ਐਕਸਟਰਾ ਕਮਾਈ ਹੈ ਜੀ। ਬਹੁਤ ਵਧੀਆ ਬਾਈ, ਨਜ਼ਾਰੇ ਬਹੁਤ ਵਧੀਆ ਲੱਗਿਆ। ਕੋਈ ਹੋਰ ਗੱਲਬਾਤ ਅਖੀਰ ਤੇ ਕਹਿਣਾ ਚਾਹੋ, ਜਿਹੜੇ ਸਾਡੇ ਦੇਖਣ ਵਾਲੇ ਆ, ਆਪਣੇ ਪੰਜਾਬ ਦੇ ਕਿਸਾਨ ਆ, ਜਾਂ ਖਾਸ ਤੌਰ ਤੇ ਜਿਹੜੇ ਸਭ ਤੋਂ ਵੱਡਾ ਮਹਿਕਮਾ ਜਿਹੜਾ ਖਾਣ ਵਾਲਾ, ਖਾਣ ਵਾਲੇ ਮਹਿਕਮੇ ਲਈ ਤਾਂ ਇਹ ਹੈ ਜੀ, ਜੋ ਆਪਾਂ ਜ਼ਹਿਰ ਖਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ। ਤੇ ਕਿਸਾਨਾਂ ਨੂੰ ਵੀ ਤੇ ਇਹੀ ਬੇਨਤੀ ਹੈ ਮੇਰੀ ਵੀ, ਕਿਸਾਨ ਵੀਰ ਸਭ ਤੋਂ ਪਹਿਲਾਂ ਆਪਣੇ ਲਈ ਅੱਧਾ ਕਿੱਲਾ 1 ਕਿੱਲਾ ਜਿਹੜਾ ਹੈਗਾ, ਉਹ ਆਪਣੇ ਲਈ ਜ਼ਹਿਰ ਮੁਕਤ ਖੇਤੀ ਕਰਨ। ਉਹ ਆਪ ਆਪਣੇ ਲਈ ਕਰਨ। ਮੈਂ ਨਹੀਂ ਕਹਿੰਦਾ ਕਿਥੋਂ ਬਾਹਰੋਂ ਖਰੀਦੋ, ਮੇਰੇ ਤੋਂ ਖਰੀਦੋ ਜਾਂ ਕਿਸੇ ਹੋਰ ਤੋਂ ਖਰੀਦੋ। ਆਪਣੇ ਤੁਹਾਡੇ ਕੋਲ 2 4 5 ਪਸ਼ੂ ਹਰ ਕਿਸਾਨ ਕੋਲ ਹੈਗੇ ਆ, ਉਹਨਾਂ ਦੀ ਉਹ ਵਰਮੀ ਕੰਪੋਸਟ ਬਣਾਓ। ਰੂੜੀ ਦੀ ਖਾਦ ਨਾਲ ਨੁਕਸਾਨ ਹੁੰਦਾ ਜੀ ਉਲਟਾ। ਰੂੜੀ ਦੀ ਖਾਦ ਕੀ ਹੈ ਕਿ 2 ਸਾਲ ਦੇ ਵਿੱਚ ਸੜ ਕੇ ਅਲਟਾ ਪਲਟੀ ਕਰਦੇ ਆ ਤਾਂ ਉਹ ਪ੍ਰੋਪਰ ਰੂੜੀ ਦੀ ਖਾਦ ਬਣਦੀ ਹੈ। ਅਸੀਂ ਜਿਹੜੀ ਹੈਗੀ 6 ਮਹੀਨੇ ਬਾਅਦ ਹੀ ਆਪਣੇ ਖੇਤ 'ਚ ਗੋਹਾ ਸੱਟ ਦਿੰਦੇ ਆ ਜੀ। ਉਹਦੇ ਨਾਲ ਕੀ ਹੁੰਦਾ, ਉਲਟਾ ਨੁਕਸਾਨ ਹੋ ਜਾਂਦਾ। ਤੇ ਜਿਹੜੀ ਹੈਗੀ ਕੱਚਾ ਗੋਹਾ ਜਦੋਂ ਜਾਊਗਾ ਤੁਹਾਡੇ ਖੇਤ 'ਚ, ਉਹਦੇ ਸਿਉਂਖ ਬਣਾ ਦੇਣੀ ਆ, ਤਾਂ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਖਰਾਬ ਕਰ ਦੇਣੀਆਂ। ਪਰ ਜੇਕਰ ਤੁਸੀਂ ਉਹਨੂੰ ਵਰਮੀ ਕੰਪੋਸਟ ਬਣਾ ਲਓਗੇ, 3 ਮਹੀਨੇ 'ਚ ਉਹੀ ਗੋਹੇ ਦੀ ਤੁਹਾਡੀ ਵਰਮੀ ਕੰਪੋਸਟ ਬਣ ਗਈ। ਤੁਹਾਨੂੰ 6 ਮਹੀਨੇ ਵੀ ਇੰਤਜ਼ਾਰ ਕਰਨ ਦੀ ਲੋੜ ਨਹੀਂ। ਔਰ ਜਿਹੜੀ ਇਹਦੀ ਨਿਊਟ੍ਰੀਸ਼ਨ ਵੈਲਿਊ ਹੈ, ਜਿਹਨੂੰ ਆਪਾਂ NPK ਕਹਿ ਦਿੰਦੇ ਹਾਂ, ਟ੍ਰੇਸ ਐਲੀਮੈਂਟਸ ਜਾਂ ਬਾਕੀ ਜਿਹੜੇ ਸਬਸਿਡਰੀ ਐਲੀਮੈਂਟਸ ਨੇ, ਉਹ ਵੀ ਇਹਦੇ ਵਿੱਚ ਉਹਦੇ ਨਾਲ ਬਹੁਤ ਜ਼ਿਆਦਾ ਨੇ ਜੀ। ਤੇ ਇਹਦੇ ਨਾਲ ਕੀ ਹੋਊਗਾ ਕਿ ਵੀ ਜਿਹੜਾ ਹੈਗਾ ਕਿਸਾਨ ਦੀ ਉਪਜਾਊ ਸ਼ਕਤੀ ਵੀ ਵਧੂਗੀ, ਤੇ ਉਹਨੂੰ ਕੌਨਫੀਡੈਂਸ ਆਊਗਾ ਕਿ ਹਾਂ ਮੈਂ ਬਿਨਾਂ ਪੈਸਟੀਸਾਈਡ ਤੋਂ ਕਰ ਸਕਦਾ। ਔਰ ਬਾਕੀ ਜੇਕਰ ਕੋਈ ਕਮਰਸ਼ੀਅਲੀ ਕਰ ਸਕਦਾ, ਨਥਿੰਗ ਲਾਈਕ ਦੈਟ, ਕਿ ਉਹ ਚਲੋ ਵੈਲਿਊ ਐਡੀਸ਼ਨ ਤਾਂ ਕਿੰਨੇ ਕੁ ਤੱਤ ਹੁੰਦੇ ਆ ਬਈ ਇਹਦੇ 'ਚ? ਇਹਦੇ 'ਚ 14 ਤੱਤ ਹੁੰਦੇ ਆ ਜੀ। ਮੇਨ ਜਿਹੜੇ ਹੈਗੇ ਨੇ, ਜਿਹੜੇ NPK ਤਾਂ ਹੈਗਾ ਹੀ ਆ, ਉਸ ਤੋਂ ਬਾਅਦ ਮੈਗਨੀਸ਼ੀਅਮ, ਜ਼ਿੰਕ, ਜਿਹੜੇ ਸੂਖਮ ਤੱਤ ਨੇ ਉਹ ਵੀ ਹੁੰਦੇ ਨੇ। ਤੁਸੀਂ ਦੇਖੋ ਵੀ ਇਹ ਇੰਨੀਆਂ ਸਾਰੀਆਂ, ਜਿਵੇਂ ਪੌਦੇ ਨੂੰ 17 18 ਚਾਹੀਦੇ ਹੁੰਦੇ ਆ, ਆਪਾਂ ਦੇਖੋ ਨਾ, ਜਿਹੜੀ ਕੈਮੀਕਲ ਖਾਦ ਆ ਉਹ 1 ਜਾਂ 2 ਤੱਤ ਦਿੰਦੀ ਆ। ਮੈਂ ਵੀ ਉਹੀ ਕਹਿਣਾ ਨਾ, 1 ਜਾਂ 2 ਤੱਤ ਦਿੰਦੀ ਆ। ਇਹ 'ਚ ਸਾਰਾ ਕੁਝ ਹੈ। ਪਰ ਕਿਸਾਨ ਨੂੰ ਸਮਝ ਉਦੋਂ ਆਣੀ ਹੈ ਜਦੋਂ ਉਹਨੇ ਆਪ ਆਪਣੇ ਲਈ ਵਰਤਣੀ ਹੈ। ਉਹ ਆਪਾਂ ਉਹਨੂੰ ਸਮਝਾਈ ਜਾਵਾਂਗੇ, ਭਾਈ ਇੰਨੇ ਤੱਤ ਹੈ, ਇੰਨੇ ਤੱਤ, ਉਹਨਾਂ ਨਾਲ ਮੈਂ ਗਿਣਾ, ਜਦੋਂ ਪਾਊਗਾ ਉਹਨੂੰ ਪਤਾ ਲੱਗਦਾ। ਹੁਣ ਜਿਵੇਂ ਆ ਤੁਸੀਂ ਇੱਧਰ ਜੀਰੀ ਲੱਗੀ ਦੇਖੋ, ਇਹ ਸਾਡਾ ਜਿਹੜਾ ਇੱਧਰਲਾ ਜਿਹੜਾ ਹਿੱਸਾ ਹੈਗਾ ਜੀ, ਇਹ ਸਾਰਾ ਹੜ੍ਹ 'ਚ ਰੁੜ ਕੇ ਸਾਰੀ ਖਾਦ ਉੱਧਰ ਚਲੀ ਗਈ। ਤੇ ਇਹ ਤੁਸੀਂ ਜੇਕਰ ਜੀਰੀ ਦੀ ਹਾਈਟ ਦੇਖੋਗੇ, ਇਹਦੇ ਵਿੱਚ ਸਾਰਾ ਇਹਦਾ ਵਰਮੀ ਵਾਸ਼, ਅਰਥ ਵਾਰਮ, ਜਦੋਂ
ਪਿੱਛੇ ਹੜ੍ਹ ਆਇਆ ਤਾਂ ਸਾਰਾ ਰੁੜ ਕੇ ਖੇਤ 'ਚ ਗਿਆ। ਇਹਦੀ ਹਾਈਟ ਚੈੱਕ ਕਰ ਲਓ, ਫਿਰ ਬਾਕੀ ਦੀ ਹਾਈਟ ਚੈੱਕ ਕਰ ਲਓ, ਤੁਹਾਨੂੰ ਫਰਕ ਇੱਥੇ ਹੀ ਪਤਾ ਲੱਗ ਜਾਏਗਾ। ਨਹੀਂ ਸਹੀ ਹੈ ਬਾਈ, ਇਹ ਤਾਂ ਹੁਣ ਵੀ ਉਹਦੇ ਤੇ ਔਰ ਇਹ ਤੁਸੀਂ ਦੇਖੋਗੇ ਹਾਂ ਇਹ ਜਿਹੜਾ ਹੈਗਾ 1.5 ਫੁੱਟ ਨੀਚੇ ਹੈ ਜੀ ਖੇਤ, ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਉਹ 1.5 ਫੁੱਟ ਉਹ ਤਾਂ ਨਿਸਰਿਆ ਪਿਆ, ਇੰਨਾ ਪਤਾ ਲੱਗਦਾ ਅੱਜ ਦੇ ਟਾਈਮ 'ਚ ਹੀ। ਹਾਂ ਤੁਸੀਂ ਅਗਸਤ ਮਹੀਨਾ ਚੱਲੀ ਜਾਂਦਾ ਜੀ 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 ਤੁਸੀਂ ਦੇਖੋ ਇਹਦੀ ਸਿਹਤ ਦੇਖੋ ਤੁਸੀਂ, ਕਿਉਂਕਿ ਆ ਸਾਰਾ ਸਾਡਾ ਵਰਮੀ ਕੰਪੋਸਟ ਰੁੜ ਕੇ ਉਹਦੇ ਵਿੱਚ ਚਲਾ ਗਿਆ ਹੜਾਂ ਦੇ ਵਿੱਚ। ਫਿਰ ਕਿਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ 'ਚ ਕਹਿਣਾ ਵੀ ਉਹਨਾਂ ਦੇ ਨਾਲ ਲਈਏ ਜ਼ਮੀਨ ਠੇਕੇ ਨਹੀਂ ਨਹੀਂ ਨਾਲ ਦੀ ਲੋੜ ਹੀ ਨਹੀਂ ਜੀ, ਨਾਲ ਦੀ ਲੋੜ ਹੀ ਨਹੀਂ, ਤੁਸੀਂ ਆਪ ਆਪਣੀ ਬਣਾਓ ਤੇ ਆਪਣੀ ਪਾਓ। ਨਹੀਂ ਝਾੜ ਕਰਦੇ ਆਪਣੀ ਪਾਓ ਜੀ, ਆਪਣੀ ਪਾਓ। ਬਾਕੀ ਹੋਰ ਵੀ ਬਹੁਤ ਅਦਾਰੇ ਨੇ ਜੀ, ਆਪਣਾ ਜਿਵੇਂ ਪੰਜਾਬ ਐਗਰੋ ਹੈ ਤੁਹਾਨੂੰ ਜੈਵਿਕ ਖੇਤੀ ਬਾਰੇ ਫ੍ਰੀ ਟ੍ਰੇਨਿੰਗ ਦਿੰਦਾ ਜੀ, ਬਾਗਬਾਨੀ ਵਿਭਾਗ ਤੁਹਾਨੂੰ ਸਬਸਿਡੀ ਦਿੰਦਾ ਜੀ। ਬਟ ਹੁਣ ਜੇਕਰ ਕੋਈ ਨਾ ਕਰਨਾ ਚਾਹੇ ਜੀ, ਹੁਣ ਬੰਨ ਕੇ ਨਹੀਂ ਖੀਰ ਖਵਾ ਸਕਦੇ ਕਿਸੇ ਨੂੰ, ਇਹ ਤਾਂ ਆਪਣੇ ਕਿਸਾਨਾਂ ਨੂੰ ਆਪ ਸਮਝਣਾ ਪਊਗਾ ਕਿ ਬਈ ਇਹ ਕੱਲ ਨੂੰ ਤੁਹਾਡੀਆਂ ਜ਼ਮੀਨਾਂ ਨੇ ਹੱਥ ਖੜੇ ਕਰ ਦੇਣੇ, ਤੁਸੀਂ ਜਿੰਨਾ ਮਰਜ਼ੀ ਯੂਰੀਆ ਪਾ ਲਓ, DAP ਪਾ ਲਓ, ਕੁਛ ਪਾ ਲਓ, ਉਹਨਾਂ ਨੇ ਬਾਅਦ ਵਿੱਚ ਹੱਥ ਖੜੇ ਕਰ ਦੇਣੇ ਨੇ, ਨਾ ਤੁਹਾਨੂੰ ਉਹਦਾ ਬਾਅਦ ਵਿੱਚ ਮੁੱਲ ਮਿਲਦਾ। ਮੈਂ ਇੱਕ ਦਿਨ ਮੈਂ ਹੈਰਾਨ ਰਹਿ ਗਿਆ ਜੀ, ਇੱਕ ਇੱਥੇ ਖਰੜ ਸਾਡੇ ਦੁਕਾਨ ਹੈ, ਉੱਥੇ ਲਿਖਿਆ ਹੋਇਆ ਸੀ ਇੱਥੇ MP ਦੀ ਕਣਕ ਦਾ ਆਟਾ ਮਿਲਦਾ। ਪੰਜਾਬ ਦੇ ਵਿੱਚ MP ਦੀ ਕਣਕ ਦਾ ਆਟਾ ਮਿਲਦਾ, ਦੱਸੋ ਵੀ ਪੰਜਾਬ ਦੀ ਕਣਕ ਨੂੰ ਕੀ ਹੋ ਗਿਆ, ਲੋਕੀ MP ਦੀ ਕਣਕ ਦੇ ਪਿੱਛੇ ਇੰਨਾ ਭੱਜੇ ਫਿਰਦੇ ਨੇ। ਦੇਖੋ ਇਹ ਹਾਲ ਅੱਜ ਕੱਲ ਪੰਜਾਬ ਦੇ ਜਿਹੜੇ ਹੈਗੇ ਪੈਸਟੀਸਾਈਡ ਦੇ ਬਹੁਤ ਜ਼ਿਆਦਾ, ਹਾਂ ਬਹੁਤ ਜ਼ਿਆਦਾ ਇਹ ਚੀਜ਼ ਹੈ। ਠੀਕ ਹੈ ਬਾਈ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੁਸੀਂ ਆਏ। ਨਹੀਂ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ, ਉਮੀਦ ਕਰਦੇ ਹਾਂ ਸਾਡੇ ਦੋਸਤਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ। ਬਾਈ ਗੱਲ ਇਹ ਹੈ ਕਿ ਜਿਵੇਂ ਬਾਈ ਨੇ ਦੱਸਿਆ ਕਿ ਘੱਟੋ ਘੱਟ 13-14 ਤੱਤ ਹੁੰਦੇ ਆ ਵਰਮੀ ਕੰਪੋਸਟ ਦੇ ਵਿੱਚ, ਤੇ ਤੁਸੀਂ ਕੀ ਕਰਦੇ ਹੋ, ਜਿਹੜੀ ਰਸਾਇਣਿਕ ਖਾਦਾਂ ਪਾ ਕੇ ਬਹੁਤ ਥੋੜੇ ਤੱਤ ਪਾ ਕੇ ਕਹਿੰਦੇ ਹੋ ਕਿ ਅਸੀਂ ਬਹੁਤ ਸੋਹਣਾ ਝਾੜ ਲੈ ਸਕਦੇ ਹਾਂ। ਪਰ ਗੱਲ ਦੂਜੇ ਪਾਸੇ ਇਹ ਹੈ ਕਿ ਤੁਸੀਂ ਜੇਕਰ ਚੰਗਾ ਝਾੜ ਲੈਣਾ ਤਾਂ ਤੁਸੀਂ ਅਜਿਹੀਆਂ ਖਾਦਾਂ ਜੇ ਨਹੀਂ ਖਰੀਦ ਸਕਦੇ ਤਾਂ ਘਰੇ ਪੈਦਾ ਕਰ ਲਓ, ਕੋਈ ਬਾਹਲੀ ਮਹਿੰਗੀ ਚੀਜ਼ ਹੈ ਨਹੀਂ, ਉਹਨਾਂ ਨਾਲੋਂ ਸਸਤੀ ਪੈਂਦੀ ਹੈ ਜਿਹੜੀਆਂ ਤੁਸੀਂ ਬਹੁਤ ਮਹਿੰਗੀਆਂ ਖਾਦਾਂ ਲੈਂਦੇ ਹੋ। ਤੇ ਨਾਲੇ ਇਹ ਤੁਹਾਡੀ ਧਰਤੀ ਨੂੰ ਦੁਬਾਰੇ ਫਿਰ ਜਿਉਂਦਾ ਕਰੂਗੀ, ਤੁਹਾਡੀ ਸਿਹਤ ਨੂੰ ਚੰਗਾ ਕਰੂਗੀ, ਤੁਹਾਡੇ ਜਿਹੜੇ ਡਾਕਟਰਾਂ ਦੇ ਖਰਚੇ ਹੁੰਦੇ ਆ ਉਹ ਘਟਣਗੇ। ਬਾਈ ਨਾਲ ਕਦੇ ਨਾ ਕਦੇ ਤੁਸੀਂ ਸੰਪਰਕ ਕਰਕੇ ਟ੍ਰੇਨਿੰਗ ਵੀ ਲੈ ਸਕਦੇ ਹੋ, ਕੁਛ ਮਰਜ਼ੀ ਗੱਲਾਂ ਬਾਤਾਂ ਕਰ ਸਕਦੇ ਹੋ, ਉਹਦੇ ਨਾਲ ਮਤਲਬ ਕਮਾਲ ਕਰੋ ਤੇ ਚੰਗਾ ਖਾਓ, ਸਿਹਤ ਚੰਗੀ ਰੱਖੋ। ਸਤਿ ਸ਼੍ਰੀ ਅਕਾਲ।